दोस्तों मैं मुक्ता ते तुसी देख रहे हो द स्टैलर न्यूज़ वैब टीवी। कोरोना वायरस के संक्रमण नूं रोकण वास्ते पूरे भारत विच लॉकडाउन का माहौल है ते साडे हुशियारपुर वासी भी इस लॉकडाउन का अपने घरां दे विच रह के पूरी तरह दे नाल पालन कर रहे ने। ਤੇ ਅਸੀਂ ਅੱਜ ਪਹੁੰਚੇ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਇਸ ਵੇਲੇ ਮੌਜੂਦ ਹਾਂ। ਜਿਹੜੇ ਲੋਕਾਂ ਦਾ ਬਹੁਤ ਮਨ ਕਰਦਾ ਹੈ ਕਿ ਉਹ ਘਰਾਂ ਤੋਂ ਬਾਹਰ ਨਿਕਲਣ ਤੇ ਆਪਣੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਘੁੰਮ ਕੇ ਦੇਖਣ ਕਿ ਸ਼ਹਿਰ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ, ਅਸੀਂ ਉਹਨਾਂ ਨੂੰ ਅੱਜ ਆਪਣੇ ਸ਼ਹਿਰ ਦੇ ਦਰਸ਼ਨ ਕਰਵਾਵਾਂਗੇ। ਅਸੀਂ ਤੁਹਾਨੂੰ ਕੱਲੀ ਜਗ੍ਹਾ ਦੇ ਉੱਤੇ ਲੈ ਕੇ ਜਾਵਾਂਗੇ ਤੇ ਤੁਹਾਨੂੰ ਇਸ ਵੇਲੇ ਅਸੀਂ ਲੈ ਕੇ ਖੜੇ ਹਾਂ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਦੇ ਉੱਤੇ। ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਐਂਟਰੈਂਸ ਹੈ ਉਹਨੂੰ ਰੱਸੀ ਲਗਾ ਕੇ ਬੰਦ ਕੀਤਾ ਹੋਇਆ ਤਾਂ ਕਿ ਕੋਈ ਵੀ ਅੰਦਰ ਐਂਟਰ ਨਾ ਕਰ ਸਕੇ। ਤੇ ਜਿੰਨੀ ਵੀ ਇੱਥੇ ਟ੍ਰੇਨਸ ਖੜੀਆਂ इत्थे कोई ट्रेन भी तुसी देख सकते हो कोई ट्रेन अवेलेबल नहीं हैगी है। ते जिहड़ी भी जलंधर कपूरथला जिहड़ी इत्थों ट्रेनस जांदी है फिरोजपुर वगैरह कोई भी ट्रेन नहीं है, बस सिर्फ माल गड्डियां आंदियां ने टाइम टू टाइम। जिहड़ी गड्डियां ने और जे समान वगैरह सप्लाई करना हुंदा है सिर्फ ओही गड्डियां आंदियां ने। असीं तुहानूं दिखा दिंदे आ पूरी टिकट विंडोज़ भी बंद ने। लॉकडाउन का पूरी तरह दे नाल समर्थन किया जा रहा है। देखण लई अंदर आए हैं, इंटर किते हैं कि इत्थे दिल्ली जाने वाली ट्रेन भी खड़ी होंदी है, पर इस वेले तुसीं देख सकते इत्थे कोई ट्रेन नहीं हैगी है। सुरक्षा कर्मी भी इत्थे तैनात ने जिहड़ी पूरी तनदेही दे नाल अपनी इत्थे ड्यूटी निभा रहे। इन्हां दे हौसले नूं असीं सलाम करांगे कि रेलवे स्टेशन खाली है फिर भी अपनी ड्यूटी निभा रहे हैं। ਇਹ ਸੀਗਾ ਦੋਸਤੋ ਹੁਸ਼ਿਆਰਪੁਰ ਦਾ ਰੇਲਵੇ ਸਟੇਸ਼ਨ। ਤੁਸੀਂ ਦੇਖਿਆ ਇੱਥੇ ਕਿੰਨੀ ਸੁਨਸਾਨ ਹੈ, ਕੋਈ ਇੱਥੇ ਆਵਾਜਾਈ ਨਹੀਂ ਹੈਗੀ, ਕੋਈ ਵੀ ਨੋਰਮਲ ਬੰਦਾ ਹੈ ਉਹ ਅੰਦਰ ਐਂਟਰ ਨਹੀਂ ਕਰ ਸਕਦਾ। ਤੇ ਇਹ ਸੀਗਾ ਹੁਸ਼ਿਆਰਪੁਰ ਦਾ ਰੇਲਵੇ ਸਟੇਸ਼ਨ, ਇਹ ਤੁਸੀਂ ਦੇਖਿਆ। ਹੁਣ ਅਸੀਂ ਤੁਹਾਨੂੰ ਇਸ ਤੋਂ ਬਾਅਦ ਅਗਲੇ ਸਪੌਟ ਤੇ ਲੈ ਕੇ ਚੱਲਾਂਗੇ ਤੇ ਤੁਸੀਂ ਉੱਥੇ ਦੇ ਵੀ ਦਰਸ਼ਨ ਕਰੋ। कुछ लोग जा रहे हैं, ਅਸੀਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਇਹ ਇਸ ਕਰਫਿਊ ਦੇ ਵਿੱਚ ਵੀ ਇਹ ਕਿੱਥੇ ਜਾ ਰਹੇ ਨੇ। ਪਰ ਬਹੁਤ ਵਧੀਆ ਗੱਲ ਹੈ ਕਿ ਇਹਨਾਂ ਤਿੰਨ ਜਾਣੇ ਜੇ ਟਰੈਵਲ ਕਰ ਵੀ ਰਹੇ ਆ ਤਾਂ ਇਹਨਾਂ ਦੇ ਮੂੰਹ ਦੇ ਉੱਤੇ ਮਾਸਕ ਹੈ। ਇਹਨਾਂ ਨੂੰ ਆਪਾਂ ਪੁੱਛਦੇ ਹਾਂ ਕਿੱਥੇ ਜਾ ਰਹੇ ਹੋ ਜੀ? ਇਹ ਹਸਪੀਟਲ ਜਾ ਰਹੇ ਹਾਂ। ਹਸਪੀਟਲ ਕੀ ਕੰਮ ਹੈ? ਹਸਪੀਟਲ ਪੇਸ਼ੈਂਟ ਹੈ, ਮੇਰੇ ਪਾਪਾ ਉਹਨਾਂ ਨੂੰ ਦਿਖਾਉਣ ਜਾ ਰਹੇ ਹਾਂ। ਕਿਹੜੀ ਜਗ੍ਹਾ ਤੋਂ ਆਏ ਹੋ? ਆਦਮਵਾਲ ਤੋਂ ਆਏ ਹਾਂ। ਛੇਤੀ ਠੀਕ ਹੋ ਕੇ ਆ ਜਾਓ ਤੇ ਘਰਾਂ ਦੇ ਅੰਦਰ ਰਹੋ, ਠੀਕ ਹੈ? ਜ਼ਿਆਦਾਤਰ ਤੁਸੀਂ ਅਵੋਇਡ ਹੀ ਕਰੋ ਬਾਹਰ ਆਣਾ ਜਾਣਾ। ਹੁਣ ਅਸੀਂ ਪਹੁੰਚੇ ਹਾਂ SD ਕਾਲਜ ਹੁਸ਼ਿਆਰਪੁਰ। ਜਿਹੜੇ ਘਰ ਬੈਠੇ ਆਪਣੇ ਕਾਲਜ ਨੂੰ ਮਿਸ ਕਰ ਰਹੇ ਨੇ ਉਹ ਦੇਖ ਸਕਦੇ ਨੇ ਆਪਣਾ ਕਾਲਜ ਇੱਥੋਂ ਪੂਰੀ ਤਰ੍ਹਾਂ ਬੰਦ ਪਿਆ ਹੈ। ਤਾਂ ਪਲੀਜ਼ ਕਾਲਜਿਸ ਦੇ ਵਿੱਚ ਤੇ ਬਾਕੀ ਹੋਰ ਜਿਹੜੇ ਸਿੱਖਿਅਕ ਅਦਾਰੇ ਹੈਗੇ ਆ ਉਹ ਉੱਥੋਂ ਦੀ ਬੱਚਿਆਂ ਨੂੰ ਜਿਹੜੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ, ਬੱਚਿਆਂ ਨੂੰ ਆਨਲਾਈਨ ਕਲਾਸਿਸ ਦਿੱਤੀਆਂ ਜਾ ਰਹੀਆਂ ਨੇ, ਉਹਦੇ ਥਰੂ ਪੜ੍ਹਾਈ ਕਰਵਾਈ ਜਾ ਰਹੀ ਹੈ। ਤੇ ਤੁਸੀਂ ਘਰ ਰਹੋ, ਸੇਫ ਰਹੋ ਤੇ ਘਰ ਬੈਠੇ ਆਪਣੇ ਆਨਲਾਈਨ ਪੜ੍ਹਾਈ ਕਰੋ, ਪੜ੍ਹਾਈ 'ਚ ਧਿਆਨ ਦਿਓ, ਨਾਲੇ ਲੋਕਡਾਊਨ ਦਾ ਪਾਲਨ ਕਰੋ। ਇਸੇ ਤਰ੍ਹਾਂ ਅਸੀਂ ਤੁਹਾਨੂੰ ਹੋਰ ਜਿਹੜੇ ਸਿੱਖਿਅਕ ਅਦਾਰੇ ਹੈਗੇ ਆ ਉੱਥੇ ਲੈ ਕੇ ਜਾਂਦੇ ਰਵਾਂਗੇ ਤੇ ਤੁਹਾਨੂੰ ਦੌਰਾ ਕਰਾਵਾਂਗੇ ਪੂਰੇ ਹੁਸ਼ਿਆਰਪੁਰ ਦਾ। ਤੇ ਬਨੇ ਰਹੋ ਸਾਡੇ ਨਾਲ। ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਹੁਸ਼ਿਆਰਪੁਰ ਦੀ ਦਾਣਾ ਮੰਡੀ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਇਸ ਮੰਡੀ ਵਿੱਚ ਪਹੁੰਚ ਗਏ ਨੇ ਆਪਣੀ ਕਣਕ ਲੈ ਕੇ। ਤੇ ਇੱਥੇ ਜਿਹੜੇ ਕਿਸਾਨਾਂ ਦੀ ਸੁਰੱਖਿਆ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਸਰਕਾਰ ਵੱਲੋਂ। ਪੂਰੀ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸੈਨੀਟਾਈਜ਼ਿੰਗ ਦੀ ਮਸ਼ੀਨ ਘੁੰਮ ਰਹੀ ਹੈ। ਜਿਹੜਾ ਬੰਦਾ ਅੰਦਰ ਆਉਂਦਾ, ਜਿਹੜਾ ਕਿਸਾਨ ਅੰਦਰ ਆਪਣੀ ਫਸਲ ਲੈ ਕੇ ਆਉਂਦਾ, ਉਹ ਚੰਗੀ ਤਰ੍ਹਾਂ ਸੈਨੀਟਾਈਜ਼ ਹੋ ਕੇ ਫਿਰ ਅੰਦਰ ਜਾਂਦਾ। ਜਿਹੜੇ ਕਿਸਾਨ ਵੀਰ ਹੱਲੇ ਮੰਡੀ ਦੇ ਵਿੱਚ ਨਹੀਂ ਪਹੁੰਚੇ ਨੇ ਅਸੀਂ ਉਹਨਾਂ ਨੂੰ ਖਾਸ ਦਿਖਾਉਣਾ ਚਾਹੁੰਦੇ ਹਾਂ ਕਿ ਇੱਥੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ। ਤੁਸੀਂ ਬੇਫਿਕਰ ਹੋ ਕੇ ਇੱਥੇ आ सकते हो। जी सर, की नाम है अपना? बलविंदर सिंह जी। किहड़ी जगह तो आए हो? पिंड मोना कलां। अच्छा जी, ते मैं तुहानूं
ਇੱਕ ਮੈਸੇਜ ਲੈਣਾ ਚਾਹੂੰਗੀ ਉਹਨਾਂ ਕਿਸਾਨਾਂ ਵਾਸਤੇ ਕਿ ਤੁਸੀਂ ਇੱਥੇ ਆਏ ਹੋ ਮੰਡੀ ਦੇ ਵਿੱਚ ਅੱਜ ਆਪਣੀ ਫਸਲ ਨੂੰ ਦੇਣ ਵਾਸਤੇ, ਤੇ ਤੁਹਾਨੂੰ ਕਿਸ ਪ੍ਰੋਸੈਸ ਦੇ ਨਾਲ ਇੱਥੇ ਤੱਕ ਆਉਣਾ ਪਿਆ, ਕੀ ਪ੍ਰੋਸੀਜਰ ਰਿਹਾ ਹੈ, ਆੜਤੀਆਂ ਤੋਂ ਪਰਮਿਸ਼ਨ ਲਈ ਹੈ, ਪਾਸਿਸ ਇਸ਼ੂ ਹੋਏ ਨੇ, ਕਿਸ ਤਰ੍ਹਾਂ ਦੇ ਨਾਲ ਤੁਸੀਂ ਅੱਜ ਇੱਥੇ ਆਏ? ਨਹੀਂ, ਪਾਸ ਲੈ ਕੇ ਉਹਨਾਂ ਪਾਸ ਭੇਜਿਆ ਗਾ ਲਿਆ ਨੇ, ਫਿਰ ਆਏ ਹਾਂ ਜੀ। ਤੇ ਇੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਵਾਸਤੇ? ਬਹੁਤ ਵਧੀਆ, ਠੀਕ ਠਾਕ ਹੀ ਹੈ। ਕੀ ਪ੍ਰਬੰਧ ਨੇ ਇੱਥੇ? ਬਸ ਠੀਕ ਹੈ ਜੀ, ਆੜਤੀਆਂ ਪ੍ਰਬੰਧ ਜੋ ਹੈਗਾ ਠੀਕ ਆ। ਨਹੀਂ, ਜਿੱਦਾਂ ਹੱਥ ਧੋਣ ਵਾਸਤੇ ਜਾਂ ਸੈਨੀਟਾਈਜ਼ ਕਰਨ ਵਾਸਤੇ? ਹਾਂਜੀ ਹੈਗਾ, ਉਹ ਵੀ ਹੈਗਾ ਸਰ। ਹਾਂਜੀ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੇਬਰ ਵੀ ਲੱਗੀ ਹੋਈ ਹੈ। ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਕਿਸਾਨ ਆਪਣੀ ਫਸਲ ਲੈ ਕੇ ਇੱਥੇ ਆਉਂਦੇ ਨੇ ਤੇ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਫਸਲ ਦੀ ਖਰੀਦ ਹੋ ਰਹੀ ਹੈ ਤੇ ਕਿਸਾਨ ਇਸ ਗੱਲ ਤੋਂ ਬਹੁਤ ਖੁਸ਼ ਨੇ। ਜਿਹੜੇ ਇੱਥੇ ਮਜ਼ਦੂਰ ਕੰਮ ਵੀ ਕਰ ਰਹੇ ਨੇ, ਇੱਥੇ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਧਿਆਨ ਰੱਖਿਆ ਜਾ ਰਿਹਾ। ਉਹਨਾਂ ਦੇ ਹਰ ਇੱਕ ਦੇ ਮੂੰਹ ਦੇ ਉੱਤੇ ਮਾਸਕ ਹੈ, ਆਪਣੇ ਮੂੰਹ ਚੰਗੀ ਤਰ੍ਹਾਂ ਦੇ ਨਾਲ ਕਵਰ ਕੀਤੇ ਹੋਏ ਨੇ। ਸਮੇਂ-ਸਮੇਂ ਤੇ ਬਾਰ-ਬਾਰ ਅੰਦਰ ਮਸ਼ੀਨ ਆਂਦੀ ਹੈ ਸੈਨੀਟਾਈਜ਼ ਕਰਨ ਵਾਸਤੇ ਤੇ ਸੈਨੀਟਾਈਜ਼ ਕਰ ਰਹੀ ਹੈ ਪ੍ਰੋਪਰ। ਤੇ ਮਜ਼ਦੂਰ ਵੀ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਸੁਰੱਖਿਆ ਵੀ ਇਹ ਨਾਲ ਕਰ ਰਹੇ ਆ ਤੇ ਨਾਲ ਸਾਡੀ ਸੁਰੱਖਿਆ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜਿਹੜੀ ਇੱਥੇ ਕੰਮ ਕਰ ਰਹੇ। ਤੇ ਅਸੀਂ ਇੱਥੇ ਗੱਲ ਕਰਾਂਗੇ ਕਿਸਾਨ ਵੀਰ ਜੀ ਕਿ ਇੱਥੇ ਦੇ ਜਿਹੜੇ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਦੇ ਕੀਤੇ ਗਏ ਨੇ। ਸੁਰਿੰਦਰ ਸਿੰਘ ਜੀ, ਕਿਹੜੀ ਜਗ੍ਹਾ ਤੋਂ ਆਏ? ਮੋਨਾ ਖੁਰਦ ਤੋਂ ਜੀ। ਅੱਛਾ ਸਰ, ਤੁਸੀਂ ਇੱਥੇ ਕਣਕ ਲੈ ਕੇ ਆਏ ਹੋ ਅੱਜ ਮੰਡੀ ਦੇ ਵਿੱਚ, ਕੀ ਪ੍ਰੋਸੈਸ ਹੈਗਾ ਕਣਕ ਨੂੰ ਇੱਥੇ ਤੱਕ ਲਿਆਉਣ ਦਾ? ਕਿ ਆੜ੍ਹਤੀਆਂ ਤੋਂ ਪਰਮਿਸ਼ਨ ਲੈਣੀ ਪਈ ਹੈ ਜਾਂ ਪਾਸਿਸ ਵਗੈਰਾ ਉਹਨਾਂ ਵੱਲੋਂ ਇਸ਼ੂ ਹੋਏ ਨੇ? ਜਿਹੜੇ ਬਾਕੀ ਹੋਰ ਕਿਸਾਨ ਨੇ, ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਨਾਂ ਨੂੰ ਵੀ ਦੱਸੋ ਕਿ ਇਹ ਮੰਡੀ ਦੇ ਵਿੱਚ ਆਉਣ ਦਾ ਪ੍ਰੋਸੈਸ ਕੀ ਹੈ। ਹਾਂਜੀ, ਮੰਡੀ ਦੇ ਵਿੱਚ ਜੀ ਪਹਿਲਾਂ ਆਰਟੀਓ ਨਾਲ ਗੱਲ ਕੀਤੀ ਸੀ ਫੋਨ ਤੇ, ਤਾਂ ਉਹ ਕਹਿੰਦੇ ਵੀ ਪਾਸ ਮਿਲੂਗਾ ਤੇ ਕੂਪਨ ਮਿਲੂਗਾ, ਕੂਪਨ ਦੇਵਾਂਗੇ। ਤੇ ਕੱਲ੍ਹ ਫੋਨ ਕੀਤਾ ਇਹਨਾਂ ਨੂੰ ਤਾਂ ਫਿਰ ਕੱਲ੍ਹ ਇਹਨਾਂ ਨੇ ਸਾਨੂੰ ਕੂਪਨ ਦੇ ਦਿੱਤਾ। ਮਤਲਬ ਉਹਨਾਂ ਨੂੰ ਗੱਲ ਕਰਕੇ ਹੀ? ਹਾਂ, ਗੱਲ ਕਰਕੇ, ਹਾਂਜੀ ਹਾਂਜੀ। ਅੱਛਾ, ਤੇ ਮੰਡੀ ਦੇ ਵਿੱਚ ਤੁਸੀਂ ਆਏ ਹੋ ਤਾਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਇੱਥੇ? ਪ੍ਰਬੰਧ ਤਾਂ ਬਹੁਤ ਵਧੀਆ ਜੀ, ਅੱਗੇ ਨਾਲ ਵਧੀਆ ਹੈ ਬਹੁਤ। ਤੇ ਅੱਗੇ ਰਸ਼ ਬਹੁਤ ਹੁੰਦਾ ਸੀ, ਹੁਣ ਰਸ਼ ਨਹੀਂ ਗਾ। ਜਿੱਦਾਂ ਤੁਸੀਂ ਕਣਕ ਲੈ ਕੇ ਆਉਂਦੇ ਹੋ ਤੇ ਅੱਜ ਦੇ ਅੱਜ ਹੀ ਤੁਹਾਡੀ ਜਿਹੜੀ ਕਣਕ ਹੈ ਇੱਥੇ ਖਰੀਦ ਹੋ ਜਾਂਦੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਵਧੀਆ ਜੀ, ਸਭ ਤੋਂ ਵਧੀਆ। ਟਾਈਮ ਵੀ ਘੱਟ ਲੱਗਦਾ, ਨਹੀਂ ਤਾਂ ਅੱਗੇ ਜ਼ਿਮੀਂਦਾਰ ਨੂੰ ਰਾਤ ਤੱਕ ਵੀ ਬੈਠਣਾ ਪੈਂਦਾ ਸੀ, ਹੁਣ ਜਲਦੀ ਕੰਮ ਹੁੰਦਾ, ਜਲਦੀ ਹੋ ਜਾਂਦਾ। ਤੇ ਦਰਸ਼ਕੋ, ਹੁਣ ਅਸੀਂ ਪਹੁੰਚ ਗਏ ਰਹੀਮਪੁਰ ਸਬਜ਼ੀ ਮੰਡੀ ਵਿਖੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਦੁਪਹਿਰ ਦੇ 12 ਵਜ ਗਏ ਨੇ ਤੇ ਇਹ ਮੰਡੀ ਦੇ ਵਿੱਚ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੁੰਦੀ। ਇੱਥੇ ਕੁਝ ਆੜਤੀਆਂ ਤੋਂ ਇਲਾਵਾ ਤੇ ਕੁਝ ਲੇਬਰ ਹੀ ਇੱਥੇ ਮੌਜੂਦ ਹੈ ਤੇ ਗੱਡੀਆਂ ਦੇ ਵਿੱਚ ਜਿਹੜੀ ਸਬਜ਼ੀ ਆ ਲੋਡ ਕਰ ਰਹੇ ਨੇ ਤਾਂ ਕਿ ਜਿਹੜੇ ਸਟੇਟ ਦੇ ਵਿੱਚ ਜਾਂ ਸਟੇਟ ਤੋਂ ਬਾਹਰ ਇਹ ਸਪਲਾਈ ਕਰ ਸਕਣ। ਕੋਈ ਵੀ ਗਾਹਕ ਨਹੀਂ ਹੈ ਇੱਥੇ, ਕੋਈ ਖਰੀਦਦਾਰ ਨਹੀਂ ਆਇਆ ਹੈ ਸਬਜ਼ੀਆਂ ਨੂੰ ਖਰੀਦਣ ਵਾਸਤੇ। ਇਹ ਤੁਹਾਡੇ ਸਬਜ਼ੀਆਂ ਘਰਾਂ ਦੇ ਵਿੱਚ ਮੁਹੱਈਆ ਹੋਣਗੀਆਂ, ਰੇੜੀਆਂ ਵਾਲਿਆਂ ਦੇ ਥਰੂ ਤੇ ਵਲੰਟੀਅਰਸ ਦੇ ਥਰੂ ਇਹ ਤੁਹਾਡੇ ਘਰ ਤੱਕ ਪਹੁੰਚਣਗੇ ਤੇ ਤੁਹਾਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਨਹੀਂ ਹੈ। ਆਪਣੇ ਘਰਾਂ ਦੇ ਅੰਦਰ ਰਹੋ, ਸੁਰੱਖਿਅਤ ਰਹੋ ਤੇ ਅਸੀਂ ਤੁਹਾਨੂੰ ਇਸੇ ਤਰ੍ਹਾਂ ਦਿਖਾਉਂਦੇ ਰਵਾਂਗੇ ਹੁਸ਼ਿਆਰਪੁਰ ਦੇ ਵਿੱਚ ਇਸ ਵੇਲੇ ਸ਼ਹਿਰ ਦੇ ਵਿੱਚ ਹੋਰ ਕੀ ਜਿਹੜੀ ਐਕਟੀਵਿਟੀਜ਼ ਹੋ ਰਹੀਆਂ ਨੇ। ਅਸੀਂ ਤੁਹਾਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਲੈ ਕੇ ਜਾਵਾਂਗੇ ਤੇ ਤੁਹਾਨੂੰ ਦਿਖਾਉਂਦੇ ਰਵਾਂਗੇ। ਸਾਡੇ ਨਾਲ ਜੁੜੇ ਰਹੋ। ਤੇ ਦਰਸ਼ਕੋ, ਇਸ ਵੇਲੇ ਅਸੀਂ ਖੜੇ ਹਾਂ ਹੁਸ਼ਿਆਰਪੁਰ ਦੇ ਗਵਰਨਮੈਂਟ ਕਾਲਜ ਦੇ ਬਾਹਰ ਤੇ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਉਹ ਕਾਲਜ ਹੈ ਜਿੱਥੋਂ ਸਾਡੇ ਦੇਸ਼ ਦੇ ਮਹਾਨ ਹਸਤੀਆਂ ਜਿਵੇਂ ਕਿ ਸਾਡੇ ਮਾਨਨੀय ਪੂਰਵ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਤੇ ਹੋਰ ਵੀ ਇਦਾਂ ਦੀਆਂ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਜਿਹੜੀਆਂ ਇੱਥੋਂ ਪੜ੍ਹ ਕੇ ਗਈਆਂ ਨੇ ਤੇ ਹੁਣ ਵੀ ਜਿਹੜੇ ਬਹੁਤ ਦੂਰੋਂ ਪਿੰਡਾਂ ਤੋਂ ਬੱਚੇ ਆ ਕੇ ਇੱਥੋਂ ਐਜੂਕੇਸ਼ਨ ਲੈ ਰਹੇ ਨੇ ਤੇ ਪ੍ਰਸ਼ਾਸਨ ਵੱਲੋਂ ਕਾਲਜ ਨੂੰ ਬੰਦ ਕਰ ਦਿੱਤਾ ਗਿਆ। ਤੇ ਇਸ ਤੋਂ ਪਤਾ ਲੱਗਦਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਲੋਕਡਾਊਨ ਦਾ ਪਾਲਨ ਬਖੂਬੀ ਕੀਤਾ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਮਹਾਰਾਣਾ ਪ੍ਰਤਾਪ ਚੌਂਕ ਜਿਹਨੂੰ ਪ੍ਰਭਾਤ ਚੌਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਅਸੀਂ ਦੱਸਣਾ ਚਾਹਾਂਗੇ ਕਿ ਇਹ ਸ਼ਹਿਰ ਦਾ ਸਭ ਤੋਂ ਬਿਜ਼ੀ ਚੌਂਕ ਹੈ ਜਿੱਥੇ ਸਾਨੂੰ ਸੜਕ ਕ੍ਰੋਸ ਕਰਨ ਨੂੰ ਵੀ ਘੱਟੋ ਘੱਟ ਵੀ 2 ਤੋਂ 3 ਮਿੰਟ ਦਾ ਸਮੇਂ ਚਾਹੀਦਾ ਹੈ। ਇਹ ਜਲੰਧਰ ਦੀ ਸਾਈਡ ਤੋਂ ਪਹਿਲਾਂ ਸਾਡਾ ਐਂਟਰੈਂਸ ਦਾ ਚੌਂਕ ਹੈ ਬਾਈਪਾਸ ਤੋਂ ਬਾਅਦ ਦਾ ਤੇ ਇੱਥੇ ਪਹਿਲੇ ਬਹੁਤ ਇੱਕ ਪੁਰਾਣੀ ਮਿਲ ਹੁੰਦੀ ਸੀ ਜਿਸ ਦੇ ਨਾਮ ਤੋਂ ਇਸ ਚੌਂਕ ਦਾ ਨਾਮ ਪਿਆ ਸੀਗਾ। ਪਰ ਜਿਹੜੇ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮਹਾਸਚਿਵ ਲੱਕੀ ਠਾਕੁਰ ਤੇ ਉਹਨਾਂ ਦੀ ਟੀਮ ਵੱਲੋਂ ਇਸ ਚੌਂਕ ਨੂੰ ਦੁਬਾਰਾ ਸਜੀਵ ਰੂਪ ਦੇ ਦਿੱਤਾ ਗਿਆ ਹੈ ਤੇ ਇਸ ਦਾ ਨਾਮ ਮਹਾਰਾਣਾ ਪ੍ਰਤਾਪ ਚੌਂਕ ਰੱਖਿਆ ਗਿਆ ਹੈ ਤੇ ਇਹ ਸ਼ਹਿਰ ਦਾ ਸਭ ਤੋਂ ਬਿਜ਼ੀ ਚੌਂਕ ਹੈਗਾ ਤੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਘੱਟ ਹੀ ਵਾਹਨ ਜਿਹੜੇ ਹੈਗੇ ਆ ਟਰਾਂਸਪੋਰਟ ਜਿਹੜਾ ਘੱਟ ਹੀ ਚੱਲ ਰਿਹਾ ਹੈ ਕਿਉਂਕਿ ਜ਼ਿਆਦਾਤਰ ਕਿਹੜੇ ਆ ਜਿਹੜੇ ਮੰਡੀ ਦੇ ਵਿੱਚ ਆਪਣੀ ਫਸਲ ਲੈ ਕੇ ਜਾ ਰਹੇ ਨੇ ਜਾਂ ਕੋਈ ਦਵਾਈ ਨੂੰ ਜਾਂ ਜਿਹਨੂੰ ਕੋਈ ਐਮਰਜੈਂਸੀ ਕੇਸ ਤੇ ਉੱਥੇ ਜਾ ਰਿਹਾ ਜਾਂ ਕੋਈ ਸਪਲਾਈ ਵਗੈਰਾ ਵਾਸਤੇ ਜਾ ਰਿਹਾ। ਸਿਰਫ ਇੱਕਾ ਦੁੱਕਾ ਲੋਕ ਹੀ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਆ ਚੱਲ ਫਿਰ ਰਹੇ ਨੇ ਤੇ ਬਾਕੀ ਜੋ ਇੱਥੇ ਦੀ ਚੌਂਕ ਦੀ ਰੌਣਕ ਹੁੰਦੀ ਹੈ ਉਹ ਇਸ ਵੇਲੇ ਨਹੀਂ ਹੈ।
ਹੈਗੀ ਆ ਕਿ ਇਸ ਚੌਂਕ ਦੇ ਵਿੱਚ ਵੀ ਜਿਹੜੇ ਪੁਲਿਸ ਕਰਮੀ ਨੇ ਆਪਣੀ ਤਨਦੇਹੀ ਦੇ ਨਾਲ ਡਿਊਟੀ ਦੇ ਰਹੇ ਨੇ। ਕੋਈ ਜਿਹੜਾ ਫਾਲਤੂ ਦੇ ਵਿੱਚ ਕੋਈ ਆ ਜਾ ਰਿਹਾ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਕੜੀ ਪੁੱਛਗਿੱਛ ਕਰ ਰਹੇ ਨੇ, ਤਾਂ ਜੇ ਕੋਈ ਉਹਨਾਂ ਨੂੰ ਕੰਮ ਹੋਵੇ ਤਾਂ ਹੀ ਉਹਨਾਂ ਨੂੰ ਅੱਗੇ ਜਾਣ ਦੇ ਰਹੇ ਆ, ਨਹੀਂ ਤਾਂ ਇੱਥੋਂ ਹੀ ਵਾਪਸ ਭੇਜ ਰਹੇ ਆ। ਜੇ ਕੋਈ ਜ਼ਿਆਦਾ ਹੀ ਜ਼ਿੱਦ ਕਰਦਾ ਹੈ ਤਾਂ ਉਹਦੇ ਉੱਤੇ ਕਾਰਵਾਈ ਵੀ ਕਰ ਰਹੇ ਨੇ। ਅਸੀਂ ਗੱਲ ਕਰਦੇ ਹਾਂ ਇੱਥੇ ਜਿਹੜੇ ਮੌਜੂਦ ਨੇ ਪੁਲਿਸ ਕਰਮੀ ਉਹਨਾਂ ਦੇ ਨਾਲ ਕਿ ਇੱਥੇ ਦਾ ਮਾਹੌਲ ਇਸ ਵੇਲੇ ਦਾ ਕਿਸ ਤਰ੍ਹਾਂ ਦਾ ਹੈ। ਜੀ ਕੀ ਨਾਮ ਹੈ ਜੀ ਆਪਣਾ? ਇਹ ਅਸੀਂ ਰਕੇਸ਼ ਕੁਮਾਰ ਜੀ। ਸਰ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੈ? ਕੋਈ ਆ ਜਾ ਰਿਹਾ ਹੈ ਕਿ ਕਿੰਨੇ ਕੁ ਲੋਕੀ ਬਹਾਨੇ ਬਣਾ ਰਹੇ ਆ ਬਾਹਰ ਨਿਕਲਣ ਵਾਸਤੇ? ਨਹੀਂ ਬਹਾਨੇ ਇੱਦਾਂ ਮੈਡਮ ਵੀ ਜਿੱਦਾਂ ਹੁਣ ਕੋਈ ਆਉਂਦਾ ਜਿੱਦਾਂ ਜਿਹਨੂੰ ਜ਼ਰੂਰੀ ਹੈ, ਜਿੱਦਾਂ ਕੋਈ ਮੈਡੀਕਲ ਲੈਣ ਵਾਸਤੇ ਆ ਰਿਹਾ ਹੈ, ਜਿੱਦਾਂ ਬਕਾਇਦਾ ਪ੍ਰੂਫ ਦਿਖਾ ਕੇ ਤੁਹਾਨੂੰ ਹਾਂਜੀ ਹਾਂਜੀ ਮੈਂ ਬਕਾਇਦਾ ਪ੍ਰੂਫ ਦਿਖਾਉਂਦੇ ਆ, ਜਿੱਦਾਂ ਆਪਾਂ ਉਹਦੀ ਸਲਿੱਪ ਦੇਖੀ ਦੀ ਆ ਜਿੱਦਾਂ ਡਾਕਟਰ ਦੀ ਲਿਖੀ ਹੋਈ। ਤੁਸੀਂ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਲਈ ਡਿਊਟੀ ਦੇ ਰਹੇ ਹੋ, ਪਤਾ ਨਹੀਂ ਕਿੰਨੇ ਦਿਨਾਂ ਤੋਂ ਤੁਸੀਂ ਸਾਡੇ ਲਈ ਇੱਥੇ ਡਿਊਟੀ ਦੇ ਰਹੇ ਹੋ। ਤੁਹਾਨੂੰ ਲੱਗ ਰਿਹਾ ਕਿ ਸ਼ਹਿਰ ਵਾਸੀ ਜਿਹੜੇ ਤੁਹਾਨੂੰ ਵੀ ਪੂਰਾ ਸਮਰਥਨ ਦੇ ਰਹੇ ਨੇ ਤੇ ਸਰਕਾਰ ਦਾ ਵੀ ਪੂਰਾ ਸਮਰਥਨ ਕਰ ਰਹੇ? ਹਾਂਜੀ ਬਿਲਕੁਲ ਕਰ ਰਹੇ। ਹਾਂਜੀ ਪੂਰਾ ਸਮਰਥਨ ਕਰ ਰਹੇ ਜੀ। ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਜਿਹੜੇ ਬਾਰ-ਬਾਰ ਬਹਾਨੇ ਬਣਾ ਕੇ ਘਰੋਂ ਬਾਹਰ ਨਿਕਲਦੇ ਨੇ? ਦੇਖੋ ਮੈਡਮ ਉਹਨਾਂ ਨੂੰ ਤਾਂ ਇਹੀ ਆ ਵੀ ਜਿਹੜੀ ਆ ਕਰੋਨਾ ਲਾਇਲਾਜ ਬਿਮਾਰੀ ਹੈ ਇਹ, ਜਿੱਦਾਂ ਇਹਦੇ ਵਿੱਚ ਘੱਟ ਤੋਂ ਘੱਟ 1 ਮੀਟਰ ਦਾ ਡਿਸਟੈਂਸ ਹੋਣਾ ਚਾਹੀਦਾ। ਤੇ ਹੁਣ ਜਿੱਦਾਂ ਘਰੋਂ ਨਿਕਲਦੇ ਲੋਕ ਹੁਣ ਕੀ ਪਤਾ ਕਿਹਦੇ 'ਚ ਇਹ ਹੈਗੀ ਹੈ ਬਿਮਾਰੀ। ਮੈਸੇਜ ਦੇਣਾ ਚਾਹੁੰਦਾ ਹੁਸ਼ਿਆਰਪੁਰ ਵਾਸੀਆਂ ਨੂੰ ਕਿ ਅਸੀਂ ਉਹਨਾਂ ਲਈ ਬਾਹਰ ਡਿਊਟੀ ਕਰ ਰਹੇ ਹਾਂ, ਪਰ ਉਹਨਾਂ ਨੂੰ ਇਹ ਚਾਹੀਦਾ ਕਿ ਤੁਸੀਂ ਆਪਣੇ ਬੱਚਿਆਂ ਵਿੱਚ ਘਰ ਰਹੋ ਤੇ ਸੇਫ ਰਹੋ। ਤੇ ਅਸੀਂ ਗੱਲ ਕੀਤੀ ਐਸਆਈ ਰਕੇਸ਼ ਕੁਮਾਰ ਜੀ ਦੇ ਨਾਲ ਤੇ ਤੁਸੀਂ ਦੇਖਿਆ ਆਪਣੀ ਜਾਨ ਜੋਖਿਮ ਦੇ ਵਿੱਚ ਪਾ ਕੇ ਜਿਹੜੇ ਪੁਲਿਸ ਅਧਿਕਾਰੀ ਨੇ ਆਪਣੀ ਤਨਦੇਹੀ ਦੇ ਨਾਲ ਡਿਊਟੀਆਂ ਦੇ ਰਹੇ ਨੇ। ਤੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਘਰਾਂ ਦੇ ਅੰਦਰ ਆਪਣੇ ਪਰਿਵਾਰ ਦੇ ਨਾਲ ਸੇਫ ਰਹੋ, ਖੁਦ ਵੀ ਸੇਫ ਰਹੋ ਤੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖੋ। ਅਸੀਂ ਇਸ ਵੇਲੇ ਪਹੁੰਚ ਗਏ ਹਾਂ ਹੁਸ਼ਿਆਰਪੁਰ ਦੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਚੌਂਕ। ਇਹ ਜਿਹੜਾ ਰੋਡ ਹੈ ਇੱਕ ਲਿੰਕ ਰੋਡ ਹੈ ਜਿਹੜੇ ਸਾਰੇ ਜ਼ਿਲ੍ਹੇ ਪਠਾਨਕੋਟ, ਦਸੂਹਾ, ਟਾਂਡਾ, ਮੁਖੇਰੀਆਂ ਤੇ ਇੱਧਰੋਂ ਦੀ ਜਲੰਧਰ, ਇਹ ਸਾਰੇ ਰੋਡ ਨੂੰ ਇਸ ਚੌਂਕ ਦੇ ਨਾਲ ਜੋੜਦਾ ਹੈ ਬਾਕੀ ਜ਼ਿਲ੍ਹਿਆਂ ਨੂੰ। ਤੇ ਅਸੀਂ ਇਸ ਵੇਲੇ ਇੱਥੇ ਖੜੇ ਹਾਂ, ਤੁਸੀਂ ਦੇਖ ਸਕਦੇ ਇੱਥੇ ਨਾ ਕੋਈ ਬੱਸਿਸ ਹੈ ਨਾ ਕੋਈ ਫਾਲਤੂ ਕੋਈ ਨਹੀਂ ਆ ਜਾ ਰਿਹਾ ਹੈ। ਸਿਰਫ ਇੱਕਾ ਦੁੱਕਾ ਲੋਕ ਹੀ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਐਮਰਜੈਂਸੀ ਹੈ, ਸਿਰਫ ਐਮਰਜੈਂਸੀ ਕਰਕੇ ਹੀ ਆਪਣੇ ਘਰਾਂ ਤੋਂ ਬਾਹਰ ਆ ਰਹੇ ਨੇ। ਤੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਸਹਿਯੋਗ ਕਰਕੇ ਉਹਨਾਂ ਦੇ ਜਿਹੜੇ ਕੰਮ ਹੈ, ਕੋਈ ਬੈਂਕ ਜਾ ਰਿਹਾ ਹੈ, ਕੋਈ ਹਸਪੀਟਲ ਜਾ ਰਿਹਾ ਜਾਂ ਕੋਈ ਮੈਡੀਸਿਨ ਲੈਣ ਜਾ ਰਿਹਾ। ਵੈਸੇ ਤਾਂ ਵਲੰਟੀਅਰਸ ਜਿਹੜੇ ਪ੍ਰਸ਼ਾਸਨ ਵੱਲੋਂ ਤੈਨਾਤ ਕੀਤੇ ਗਏ ਨੇ ਤੁਹਾਡੀ ਫੈਸਿਲਿਟੀ ਵਾਸਤੇ, ਪਰ ਕਿਸੇ ਨੂੰ ਬਹੁਤ ਜ਼ਿਆਦਾ ਐਮਰਜੈਂਸੀ ਕੇਸ ਹੈ ਤਾਂ ਹੀ ਕੋਈ ਬਾਹਰ ਆ ਰਿਹਾ ਹੈ। ਤੇ ਦਰਸ਼ਕੋ ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਹੁਸ਼ਿਆਰਪੁਰ ਦੇ ਬੱਸ ਸਟੈਂਡ ਵਿੱਚ। ਇਹ ਉਹ ਬੱਸ ਸਟੈਂਡ ਹੈ ਜਿੱਥੇ ਬੱਸਿਸ ਦੀ ਸਰਵਿਸ 24/7 ਰਹਿੰਦੀ ਹੈ। ਜਿਹੜੇ ਸਫ਼ਰ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਇਹ ਬੱਸ ਸਟੈਂਡ ਤੋਂ ਬਹੁਤ ਵਧੀਆ ਸੁਵਿਧਾ ਮਿਲਦੀ ਹੈ, ਕਿਉਂਕਿ ਇਹ ਰਾਤ ਭਰ ਵੀ ਬੱਸਿਸ ਜਿਹੜੀਆਂ ਬੱਸ ਸਟੈਂਡ ਤੋਂ ਚੱਲਦੀਆਂ ਰਹਿੰਦੀਆਂ ਨੇ। ਦਿੱਲੀ ਜਾਣ ਵਾਲੇ ਲੋਕ, ਜੰਮੂ ਜਾਣ ਵਾਲੇ ਲੋਕਾਂ ਵਾਸਤੇ ਵੀ ਇੱਥੇ ਦੀ ਬੱਸ ਦੀ ਸੁਵਿਧਾ ਜਿਹੜੀ ਬਹੁਤ ਵਧੀਆ ਮਿਲਦੀ ਹੈ। ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਵਿੱਚ ਅਸੀਂ ਖੜੇ ਹਾਂ ਤਾਂ ਇੱਥੇ ਬਹੁਤ ਹੀ ਜ਼ਿਆਦਾ ਸੁੰਨਸਾਨ ਹੈ। ਸਿਰਫ ਸਿਕਿਉਰਿਟੀ ਗਾਰਡਸ ਨੇ ਇੱਥੇ, ਉਹ ਵੀ ਤੈਨਾਤ ਨੇ ਤਾਂ ਕਰਕੇ, ਤਾਂ ਕਿ ਕੋਈ ਸ਼ਰਾਰਤੀ ਅਨਸਰ ਬੱਸ ਸਟੈਂਡ ਦੇ ਅੰਦਰ ਆ ਕੇ ਕੋਈ ਛੇੜਖਾਨੀ ਨਾ ਕਰ ਸਕੇ ਬੱਸਿਸ ਜਿਹੜੀਆਂ ਖੜੀਆਂ ਹੋਈਆਂ ਹੈ ਉਹਦੇ ਨਾਲ। ਇਸ ਕਰਕੇ ਇੱਥੇ ਸਿਕਿਉਰਿਟੀ ਗਾਰਡਸ ਤੈਨਾਤ ਨੇ। ਬਾਕੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇੱਥੇ ਬਹੁਤ ਜ਼ਿਆਦਾ ਇਸ ਵੇਲੇ ਸੁੰਨਸਾਨ ਹੈ। ਆਮ ਦਿਨਾਂ ਦੇ ਵਿੱਚ ਇੱਥੇ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਲੋਕਾਂ ਦੀ ਭੀੜ ਹੁੰਦੀ ਹੈ, ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਲੋਕਡਾਊਨ ਕਰਫਿਊ ਹੋਣ ਦੇ ਕਾਰਨ ਇੱਥੇ ਬਿਲਕੁਲ ਵੀ ਕੋਈ ਭੀੜ ਨਹੀਂ ਹੈ। ਜ਼ਿਆਦਾਤਰ ਲੋਕੀ ਜਦੋਂ ਬੱਸ ਸਟੈਂਡ ਦੇ ਅੰਦਰ ਐਂਟਰ ਕਰਦੇ ਹੁੰਦੇ ਸੀਗੇ ਤਾਂ ਉਹਨਾਂ ਦਾ ਧਿਆਨ ਜ਼ਿਆਦਾਤਰ ਕਾਊਂਟਰ ਨਾਲੋਂ ਕੰਡਕਟਰ ਦੀ ਆਵਾਜ਼ ਦੇ ਉੱਤੇ ਹੁੰਦਾ ਸੀ ਕਿ ਕੰਡਕਟਰ ਕਿਹੜੇ ਸ਼ਹਿਰ ਵਾਸਤੇ, ਕਿਹੜੇ ਜ਼ਿਲ੍ਹੇ ਵਾਸਤੇ, ਕਿਹੜੇ ਪਿੰਡ ਵਾਸਤੇ ਆਵਾਜ਼ ਮਾਰ ਰਿਹਾ ਹੈ। ਲੋਕਾਂ ਦਾ ਧਿਆਨ ਕਾਊਂਟਰ ਤੋਂ ਜ਼ਿਆਦਾ ਕੰਡਕਟਰ ਦੀ ਆਵਾਜ਼ ਦੇ ਉੱਤੇ ਹੁੰਦਾ ਸੀ ਕਿ ਕੰਡਕਟਰ ਦੀ ਆਵਾਜ਼ ਕਿਹੜੇ ਜ਼ਿਲ੍ਹੇ ਵਾਸਤੇ ਆ ਰਹੀ ਹੈ ਤੇ ਅਸੀਂ ਉਹ ਬੱਸ ਦੇ ਵਿੱਚ ਸਫ਼ਰ ਕਰਾਂਗੇ। ਅਸੀਂ ਰੱਬ ਤੋਂ ਪ੍ਰੇਅਰ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਇਸ ਕਰੋਨਾ ਵਾਇਰਸ ਦਾ ਅੰਤ ਹੋਵੇ, ਬਾਜ਼ਾਰ ਖੁੱਲ੍ਹਣ, ਲੋਕਡਾਊਨ ਖਤਮ ਹੋਵੇ ਤੇ ਫਿਰ ਤੋਂ ਅਸੀਂ ਦੁਬਾਰਾ ਆਪਣੇ ਬਾਜ਼ਾਰਾਂ ਦੀਆਂ ਰੌਣਕ ਤੇ ਭੀੜ ਦੇਖ ਸਕੀਏ। ਇੱਥੇ ਜ਼ਿਆਦਾਤਰ ਸੀਟੀਆਂ ਦੀਆਂ ਆਵਾਜ਼ਾਂ, ਚਲੋ ਵੀ ਚਲੋ, ਜਲੰਧਰ, ਲੁਧਿਆਣਾ, ਫਗਵਾੜਾ, ਚੰਡੀਗੜ੍ਹ, ਦਿੱਲੀ, ਜਿੱਥੇ ਵੀ ਤੁਸੀਂ ਜਾਣਾ ਹੈ ਇੱਥੇ ਜ਼ਿਆਦਾਤਰ ਕੰਡਕਟਰਸ ਦੀਆਂ ਆਵਾਜ਼ਾਂ ਹੁੰਦੀਆਂ ਸੀਗੀਆਂ। ਪਰ ਇੱਥੇ ਬਿਲਕੁਲ ਹੀ ਸੁੰਨਸਾਨ ਹੈ, ਇਸ ਵੇਲੇ ਬਹੁਤ ਸ਼ਾਂਤੀ ਹੈ।
ਬੱਸਾਂ ਤਾਂ ਹੈਗੀਆਂ ਪਰ ਬੱਸ ਕਾਊਂਟਰ ਦੇ ਉੱਤੇ ਬੱਸਸ ਜਿਹੜੀਆਂ ਨਹੀਂ ਲੱਗੀਆਂ ਹੋਈਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ ਇੱਥੇ ਸੁੰਨਸਾਨ ਹੈ। ਲੋਕਡਾਊਨ ਦਾ ਅਸਰ ਬੱਸ ਸਟੈਂਡ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਕੁਝ ਸਿਕਿਉਰਿਟੀ ਗਾਰਡਸ ਵੀ ਇੱਥੇ ਬੈਠੇ ਹੋਏ ਨੇ ਤਾਂ ਕਿ ਕੋਈ ਅਸਮਾਜਿਕ ਤੱਤਵ ਜਾਂ ਕੋਈ ਹੋਰ ਕੋਈ ਇੱਦਾਂ ਦਾ ਕੋਈ ਵਿਅਕਤੀ ਅੰਦਰ ਐਂਟਰ ਕਰਕੇ ਕੋਈ ਸ਼ਰਾਰਤ ਨਾ ਕਰ ਸਕੇ। ਇਹਦੇ ਕਰਕੇ ਸਿਕਿਉਰਿਟੀ ਗਾਰਡਸ ਵੀ ਬੱਸ ਸਟੈਂਡ ਦੇ ਬਾਹਰ ਤੈਨਾਤ ਨੇ ਮੇਨ ਗੇਟ ਦੇ ਉੱਤੇ। ਹੁਸ਼ਿਆਰਪੁਰ ਬੱਸ ਸਟੈਂਡ ਦੇ ਉੱਤੇ ਸੁਰੱਖਿਆ ਵਾਸਤੇ ਜਿਹੜੇ ਸਿਕਿਉਰਿਟੀ ਗਾਰਡਸ ਤੈਨਾਤ ਨੇ ਇੱਥੇ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਬੱਸ ਸਟੈਂਡ ਦਾ ਇਸ ਵੇਲੇ ਇੱਥੇ ਦਾ ਕੀ ਮਾਹੌਲ ਹੈ, ਕੀ ਦੇਖਣ ਨੂੰ ਮਿਲ ਰਿਹਾ ਹੈ। ਤੇ ਇਸ ਵੇਲੇ ਇੱਥੇ ਮੌਜੂਦ ਨੇ ਸਾਡੇ ਨਾਲ ਗੁਰਤੇਜ ਲਾਲ ਜੀ, ਇਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਹਾਂ ਕਿ ਇਸ ਵੇਲੇ ਇਹ 24/7 ਇੱਥੇ ਡਿਊਟੀ ਦੇ ਉੱਤੇ ਤੈਨਾਤ ਨੇ ਤੇ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਮਾਹੌਲ ਹੈ। ਮਾਹੌਲ ਠੀਕ ਠਾਕ ਹੈ, ਮਾਹੌਲ ਬਿਲਕੁਲ ਠੀਕ ਹੈ। ਅਸੀਂ ਆਪਣੀ ਡਿਊਟੀ ਦੇ ਰਹੇ ਹਾਂ, 24 ਆਵਰ ਡਿਊਟੀ ਦੇ ਰਹੇ ਹਾਂ ਕਿ ਕੋਈ ਬਾਹਰੋਂ ਆਦਮੀ ਆ ਕੇ ਗਾੜੀ ਨਾ ਕੋਈ ਛੇੜੇ। ਇਸ ਕਰਕੇ ਆਪਣੀ ਪੂਰੀ ਅਸੀਂ ਡਿਊਟੀ ਤੇ ਤੈਨਾਤ ਹਾਂ। ਅਸੀਂ ਪ੍ਰੇ ਇਹ ਕਰਦੇ ਹਾਂ ਕਿ ਪ੍ਰਮਾਤਮਾ ਜਲਦੀ ਤੋਂ ਜਲਦੀ ਚਾਲੂ ਕਰੇ। ਅਸੀਂ ਖੜੇ ਹਾਂ ਹੁਸ਼ਿਆਰਪੁਰ ਦੇ ਬੱਸ ਸਟੈਂਡ ਚੌਂਕ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਪੁਲਿਸ ਅਧਿਕਾਰੀ ਮੌਜੂਦ ਨੇ। ਉਹ ਆਉਣ ਜਾਣ ਵਾਲੇ ਲੋਕਾਂ ਦੀ ਜਿਹੜੇ ਫਾਲਤੂ ਘੁੰਮ ਰਹੇ ਨੇ ਜਾਂ ਜਿਹੜੇ ਕਿਸੇ ਕੰਮ ਤੇ ਵੀ ਜਾ ਰਹੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਿਹੜੇ ਪ੍ਰਸ਼ਾਸਨ ਵੱਲੋਂ ਕਰਫਿਊ ਪਾਸਿਸ ਬਣਾ ਕੇ ਜਾਰੀ ਕੀਤੇ ਗਏ ਨੇ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਚੈੱਕ ਕਰਦੇ। ਜਿਹਨਾਂ ਦੇ ਕੋਲ ਕੋਈ ਪਾਸਿਸ ਨਹੀਂ ਹੁੰਦੇ ਜਾਂ ਕੋਈ ਕਿਸੇ ਕੋਲ ਸਖਤ ਰੀਜ਼ਨ ਨਹੀਂ ਹੁੰਦਾ ਹੈ ਬਾਹਰ ਨਿਕਲਣ ਦਾ, ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਬੱਸ ਸਟੈਂਡ ਦੇ ਨਾਲ ਲੱਗਦੇ ਬਾਜ਼ਾਰ ਜਿਹੜਾ ਕਿ ਸਾਡੇ ਹੁਸ਼ਿਆਰਪੁਰ ਦੇ ਨਾਲ ਜਿਹੜੇ ਪਿੰਡ ਪੈਂਦੇ ਨੇ, ਪਿੰਡਾਂ ਦੇ ਲੋਕਾਂ ਦਾ ਫੇਵਰੇਟ ਬਾਜ਼ਾਰ ਹੈ। ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਇਸ ਬਾਜ਼ਾਰ ਦੀ ਰੌਣਕ ਹੈ ਕਿਤੇ ਗਾਇਬ ਹੋ ਗਈ ਹੈ। ਅਸੀਂ ਕਹਿ ਸਕਦੇ ਹਾਂ ਕਿ ਕਰੋਨਾ ਦੀ ਜਿਹੜੀ ਮਹਾਮਾਰੀ ਜਦੋਂ ਤੋਂ ਫੈਲੀ ਹੈ ਉਦੋਂ ਤੋਂ ਜਿਹੜੇ ਸਾਡੇ ਬਾਜ਼ਾਰ ਨੇ ਉੱਥੇ ਦੀ ਰੌਣਕ ਗਾਇਬ ਹੋ ਗਈ ਹੈ। ਜੇ ਅਸੀਂ ਇਹ ਰੌਣਕ ਨੂੰ ਦੁਬਾਰਾ ਆਪਣੇ ਬਾਜ਼ਾਰਾਂ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਜਿਹੜੇ ਸਰਕਾਰ ਵੱਲੋਂ ਹਿਦਾਇਤਾਂ ਦਿੱਤੀਆਂ ਗਈਆਂ ਨੇ ਸਾਨੂੰ ਉਹਨਾਂ ਦਾ ਪਾਲਨ ਕਰਨਾ ਚਾਹੀਦਾ। ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹਿਣਾ ਚਾਹੀਦਾ ਹੈ। ਇਸ ਬਿਮਾਰੀ ਤੋਂ ਆਪਣੇ ਆਪ ਨੂੰ ਬਚਾਵਾਂਗੇ ਤਾਂ ਹੀ ਅਸੀਂ ਇਹਨਾਂ ਬਾਜ਼ਾਰਾਂ ਦੇ ਵਿੱਚ ਆ ਸਕਦੇ ਹਾਂ। ਇਹੀ ਬਾਜ਼ਾਰਾਂ ਦੀ ਰੌਣਕ ਤਾਂ ਹੀ ਵਾਪਸ ਆਏਗੀ। ਜਿਹਾ ਤੇ ਕਿਊਟ ਜਿਹਾ ਪਰਿਵਾਰ ਵੀ ਲੋਕਡਾਊਨ ਦੇ ਚੱਲਦੇ ਸਾਰੇ ਆਪਣੇ ਘਰ ਦੇ ਅੰਦਰ ਇਕੱਠੇ ਹੋ ਕੇ ਬੈਠੇ ਆ। ਉਹ ਵੀ ਇਸ ਕਰਫਿਊ ਦਾ ਪੂਰੀ ਤਰ੍ਹਾਂ ਦੇ ਨਾਲ ਪਾਲਨ ਕਰ ਰਹੇ ਨੇ ਤੇ ਸਾਨੂੰ ਵੀ ਸ਼ਾਇਦ ਇਹ ਬੋਲ ਕੇ ਕਹਿ ਰਹੇ ਨੇ ਕਿ ਤੁਸੀਂ ਵੀ ਆਪਣੇ ਘਰ ਜਾ ਕੇ ਤੇ ਟਿੱਕੇ ਬਹਿ ਜਾਓ। ਇਸੇ ਸੰਜੀਵ ਕੁਮਾਰ ਸਰ, ਅਸੀਂ ਦੇਖ ਰਹੇ ਆਮ ਤੌਰ ਤੇ ਲੋਕੀ ਜਿਹੜੇ ਬਾਹਰ ਘੁੰਮ ਰਹੇ ਨੇ ਇਹਨਾਂ ਨੂੰ ਕਰਫਿਊ ਦਾ ਪਾਲਨ ਕਰਵਾਉਣ ਵਾਸਤੇ ਕਿਸ ਤਰ੍ਹਾਂ ਦੇ ਪ੍ਰਯਾਸ ਕੀਤੇ ਜਾ ਰਹੇ? ਇਹਨਾਂ ਨੂੰ ਦੱਸੀਦਾ ਵੀ ਘਰ ਬੈਠੋ। ਇਹ ਲੋਕ ਸਮਝਦੇ ਨਹੀਂ ਆ। ਚਲੋ ਜਿਹੜੇ ਪਾਸ ਬਣੇ ਉਹ ਤਾਂ ਚਲੋ ਅਸੀਂ ਕਹੀਦਾ, ਜਿਹੜੇ ਬਗੈਰ ਪਾਸੋਂ ਤੋਂ ਬਗੈਰ ਦਵਾਈ ਲੈਣ ਚੱਲੇ ਜੀ ਬਹਾਨਾ ਕੋਈ ਦਵਾਈ ਦਾ ਕੋਈ ਕਾਸੀ ਦਾ ਬਹਾਨਾ ਮਾਰ ਕੇ ਉੱਦੇ ਨਿਕਲ ਕੇ ਆ ਜਾਂਦੇ। ਤੇ ਸਰ ਜਿੱਦਾਂ ਵਲੰਟੀਅਰਸ ਵਗੈਰਾ ਵੀ ਬਣਾਏ ਗਏ ਨੇ ਤਾਂ ਕਿ ਇਹਨਾਂ ਦੀ ਸੁਵਿਧਾ ਵਾਸਤੇ ਹੀ ਵਲੰਟੀਅਰ ਬਣਾਏ ਆ ਤਾਂ ਕਿ ਇਹਨਾਂ ਨੂੰ ਘਰ ਦੇ ਵਿੱਚ ਦਵਾਈਆਂ ਮੁਹੱਈਆ ਕਰਵਾਉਣ, ਤੇ ਉਹਦੇ ਬਾਵਜੂਦ ਵੀ ਲੋਕੀ ਬਾਹਰ ਆਉਂਦੇ ਆ। ਤੁਸੀਂ ਇਹਦਾ ਕੀ ਕਾਰਨ ਸਮਝਦੇ ਹੋ? ਅਸੀਂ ਤਾਂ ਇਹ ਕਹਿੰਦੇ ਵੀ ਇਹਨਾਂ ਨੂੰ ਘਰ ਬੈਠਣ, ਆਪਣੇ ਘਰ ਜੋ ਵੀ ਤਾਂ ਆਨਲਾਈਨ ਆਪਣੇ ਉਹ ਕਰਨ
ਤਾਂ ਉਹ ਤੁਹਾਡੇ ਘਰ ਜਾਂ ਸਮਾਨ ਜਿਹੜਾ ਤੁਹਾਡੇ ਘਰ ਪਹੁੰਚੂਗਾ। ਜੇ ਇਹਨਾਂ ਨੂੰ ਸਮਝਾਈਏ ਤਾਂ ਇਹ ਕਹਿੰਦੇ ਵੀ ਅਸੀਂ ਦਵਾਈ ਲੈਣ ਚੱਲੇ ਹਾਂ, ਕੋਈ ਕਹਿੰਦਾ ਅਸੀਂ ਇੱਥੇ ਚੱਲੇ ਹਾਂ, ਨਾ ਕਈਆਂ ਕੋਲ ਪਾਸ ਹੈਗੇ ਆ। ਫਿਰ ਅਸੀਂ ਕੀ ਕਹਿ ਸਕਦੇ ਹਾਂ ਉਹਨਾਂ ਨੂੰ? ਅਸੀਂ ਪਿਆਰ ਨਾਲ ਹੀ ਸਮਝਾ ਸਕਦੇ ਵੀ ਅੰਦਰ ਬਹਿ ਜਾਓ। ਕਾਰਵਾਈ ਕਰ ਰਹੇ ਆ ਜੀ, ਕਿਸ ਤਰ੍ਹਾਂ ਦੀ ਤੇ ਜਿੱਦਾਂ ਇਹਨਾਂ ਨੂੰ ਫੜ ਕੇ ਕਈ ਵਾਰੀ ਉਹ ਆਪਣੇ ਉਹ ਜੇਲ੍ਹ ਬਣਾਈ ਆ ਸਟੇਡੀਅਮ 'ਚ, ਉੱਥੇ ਲਾਜਵੰਤੀ 'ਚ ਬੱਚਿਆਂ ਨੂੰ ਵੀ ਦੁੱਧ ਪਾਉਂਦਾ, ਇਹਨਾਂ ਨੂੰ ਕੁੱਤਿਆਂ ਨੂੰ ਵੀ ਅੱਛਾ ਜੀ। ਮੈਂ ਡੇਲੀ ਪਾਉਂਦਾ ਇਹਨਾਂ ਨੂੰ। ਤੇ ਦਰਸ਼ਕੋ, ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ ਵਿੱਚ। ਇਹ ਉਹ ਬਾਜ਼ਾਰ ਹੈ ਜਿੱਥੇ ਹਾਰਡਵੇਅਰ ਤੇ ਕਰਿਆਨੇ ਦੀ ਦੁਕਾਨਾਂ ਦੇ ਨਾਲ-ਨਾਲ ਹੋਰ ਵੀ ਅਜਿਹੀ ਮਾਰਕੀਟ ਹੈ ਜਿੱਥੇ ਹੋਲਸੇਲ ਦਾ ਸਮਾਨ ਮਿਲਦਾ ਹੈ ਤੇ ਸਾਡੇ ਪੂਰੇ ਸ਼ਹਿਰ ਦੇ ਨਾਲ-ਨਾਲ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਇਹੀ ਮਾਰਕੀਟ ਤੋਂ ਸਮਾਨ ਸਪਲਾਈ ਹੁੰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਲਾਕਡਾਊਨ ਨੂੰ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਇਸ ਸਥਿਤੀ ਵਿੱਚ ਮਿਡਲ ਕਲਾਸ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਡਲ ਕਲਾਸ ਵਰਗ ਦੀ ਮਜਬੂਰੀ ਹੈ ਕਿ ਉਹ ਕਿਸੇ ਕੋਲੋਂ ਮੰਗ ਕੇ ਖਾਣ ਲਈ ਸ਼ਰਮ ਮਹਿਸੂਸ ਕਰਦੇ ਨੇ। ਇਸ ਵੇਲੇ ਉਹ ਲੋਕ ਜਲਦੀ ਇਸ ਮਹਾਮਾਰੀ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਹੋਣਗੇ ਤਾਂ ਕਿ ਉਹ ਖੁਦ ਕਮਾ ਕੇ ਤੇ ਆਪਣਾ ਗੁਜ਼ਾਰਾ ਕਰ ਸਕਣ। ਲੋਕਡਾਊਨ ਦਾ ਪਾਲਣ ਜਿਹੜਾ ਸਾਡਾ ਐਡਮਿਨਿਸਟ੍ਰੇਸ਼ਨ ਬਹੁਤ ਵਧੀਆ ਕਰਵਾ ਰਹੀ ਹੈ। ਸਾਡੇ ਪੁਲਿਸ ਵਾਲੇ, ਸਾਡੇ ਜਿਹੜੇ ਮਹਿਕਮੇ ਵਾਲੇ ਜਿੰਨੇ ਵੀ ਹੈ, ਸਾਰੇ ਬਹੁਤ ਕੋਆਪਰੇਟ ਕਰ ਰਹੇ। ਅਸੀਂ ਤੇ ਪਰਮਾਤਮਾ ਅੱਗੇ ਪ੍ਰੇ ਕਰਦੇ ਹਾਂ ਕਿ ਸਾਰੇ ਰਾਜੀ ਖੁਸ਼ੀ ਰਹਿਣ। ਸਾਡੇ ਜਿਹੜਾ ਜਿੰਨੀ ਐਡਮਿਨਿਸਟ੍ਰੇਸ਼ਨ ਨੇ ਜਾਂ ਸਾਡੇ ਪੁਲਿਸ ਵਾਲਿਆਂ ਨੇ ਜਾਂ ਸਫਾਈ ਵਾਲਿਆਂ ਨੇ ਜਿੰਨੀ ਮਿਹਨਤ ਕੀਤੀ ਹੈ, ਇਹਨਾਂ ਦੀ ਇਹ ਕਾਮਯਾਬ ਹੋ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਇੱਥੇ ਬਹੁਤ ਜ਼ਰੂਰੀ ਦਿਖਾਣਾ ਚਾਹਾਂਗੀ ਕਿ ਕੁਝ ਇਦਾਂ ਦੇ ਲੋਕ ਵੀ ਖੜੇ ਨੇ ਕਿ ਬਿਨਾਂ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਨਿਕਲੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿ ਕੋਈ ਖਾਸ ਕੰਮ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਹੈ, ਬਾਹਰ ਬੈਠੇ ਹੋਏ ਨੇ, ਬਸ ਨੋਰਮਲੀ ਉਹਨਾਂ ਨੂੰ ਕੋਈ ਕੰਮ ਨਹੀਂ ਹੈ, ਬਿਨਾਂ ਕੰਮ ਤੋਂ ਬਾਹਰ ਨੇ। ਫਿਰ ਇਦਾਂ ਦੇ ਲੋਕਾਂ ਦੇ ਉੱਤੇ ਜਦੋਂ ਪ੍ਰਸ਼ਾਸਨ ਡੰਡੇ ਮਾਰਦੀ ਹੈ ਤਾਂ ਫਿਰ ਇਦਾਂ ਦੇ ਲੋਕ ਕਹਿੰਦੇ ਨੇ ਕਿ ਸਾਡੇ ਉੱਤੇ ਪ੍ਰਸ਼ਾਸਨ ਵੱਲੋਂ ਅਤਿਆਚਾਰ ਕੀਤਾ ਜਾ ਰਿਹਾ ਹੈ। ਪਰ ਇਹ ਲੋਕ ਇਹ ਨਹੀਂ ਸਮਝਦੇ, ਪ੍ਰਸ਼ਾਸਨ ਇੰਨੀ ਸਤਰਕਤਾ ਦੇ ਨਾਲ, ਇੰਨੀ ਗੰਭੀਰਤਾ ਦੇ ਨਾਲ ਇਸ ਮਹਾਮਾਰੀ ਤੇ ਕੰਟਰੋਲ ਕਰਨ ਲਈ ਪ੍ਰਯਾਸ ਕਰ ਰਿਹਾ ਹੈ। ਪਰ ਇਦਾਂ ਦੇ ਕੁਝ ਲੋਕ ਨੇ ਸ਼ਹਿਰ ਦੇ ਵਿੱਚ ਹਾਲੇ ਵੀ ਜਿਹੜੇ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ ਨੇ ਤੇ ਪ੍ਰਸ਼ਾਸਨ ਦੇ ਨਿਯਮਾਂ ਨੂੰ ਨਾ ਜਾਣਦੇ ਹੋਏ ਬਾਹਰ ਘੁੰਮ ਰਹੇ ਨੇ ਘਰਾਂ ਤੋਂ। ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹਾਂਗੇ ਕਿ ਥੋੜੀ ਜਿਹੀ ਸਤਰਕਤਾ ਵਰਤਦੇ ਹੋਏ ਇਦਾਂ ਦੇ ਲੋਕਾਂ ਦੇ ਉੱਤੇ ਕਾਬੂ ਪਾਇਆ ਜਾਵੇ। ਅਸੀਂ ਖੜੇ ਹਾਂ ਚੌਂਕ ਸਰਾਜਾ ਹੁਸ਼ਿਆਰਪੁਰ ਵਿੱਚ ਪੰਡਿਤ ਬਿਹਾਰੀ ਲਾਲ ਦੀ ਹੱਟੀ, ਜਿਹੜੀ ਇਹ ਬਹੁਤ ਪੁਰਾਣੀ ਦੁਕਾਨ ਹੈ, ਤਲਿਆਂ ਦੀ ਦੁਕਾਨ ਹੈ ਇਹ, ਜਿਹੜੀ ਲੇਡੀਜ਼ ਤੇ ਬਾਕੀ ਜਿਹੜੇ ਹੋਰ ਚਟਕਾਰੇ ਲੈ ਕੇ ਪਕੌੜੇ ਖਾਂਦੇ ਨੇ। ਇੱਥੇ ਬੜਾ ਰਸ਼ ਰਹਿੰਦਾ ਹੈ ਉਹਨਾਂ ਦਾ ਹਰ ਵੇਲੇ ਨੋਰਮਲ ਡੇਜ਼ ਦੇ ਵਿੱਚ। ਹੁਣ ਕਰਫਿਊ ਕਰਕੇ ਇੱਥੇ ਜਿਹੜੇ ਲੋਕੀ ਨੇ ਉਹ ਬਾਹਰਲਾ ਥੋੜਾ ਅਵੋਇਡ ਕਰ ਰਹੇ ਨੇ, ਆਪਣੇ ਘਰਾਂ ਦੇ ਵਿੱਚ ਹੀ ਬਣਾ ਰਹੇ ਨੇ, ਖਾ ਰਹੇ ਨੇ। ਤੇ ਇਹ ਸ਼ਾਪਸ ਵੀ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਬੰਦ ਹੈ। ਪਰ ਇਹਦਾ ਜਿਹੜਾ ਟੇਸਟ ਹੈ ਮੈਨੂੰ ਲੱਗਦਾ ਹੈ ਕਿ ਹਲੇ ਤੱਕ ਸਾਰਿਆਂ ਨੂੰ ਯਾਦ ਹੋਣਾ ਹੈ। खड़े हैं सराफा बाज़ार की सब तो मशहूर दुकान के बाहर भाई पूरियां वाले की हट्टी है। इन्नी फेमस दुकान है इस बाज़ार की, पूरे शहर के विच सब तो फेमस है। इत्थे दा जिहड़ा टेस्ट है बहुत लाजवाब हुंदा है। ब्रैड पीस, समोसे, इत्थे मतलब इत्थे इन्ना क रश रहिंदा है लोकां दा। ते हुण तुसीं देख सकते हो कि इत्थे एकदम सुन्न है ये बाज़ार दे विच, एक भी बंदा नहीं है, पूरा बाज़ार खाली है। कित्थे इस बाज़ार दे विच इन्नी रौनक लगी रहिंदी सी। इसी बाज़ार दे विच बहुत सारी वैद हकीमां दीयां दुकानां ने। इस वेले असीं खड़े हाँ चिंतपुर्नी परवाई रोड मशहूर लस्सी वाले शर्मा जी की दुकान के बाहर। शहर दे विच बहुत पुरानियां दुकानां चलियां आंदियां ने ते उन्हां दा जिहड़ा स्वाद है उहदा मुकाबला अज तक भी हाले तक जिहड़े उन्हां दे कंपीटीशन दे विच भी जिहड़े कंपीटीटर्स आए ने उन्हां वल्लों भी हाले तक नहीं किया गया है। ते लोकां दी जिहड़ी ये पुरानियां दुकानां है उन्हां दी मनपसंद शॉप्स ने। इत्थे दी लस्सी बड़ी मशहूर है। लोकी पूरे पंजाब तो जलंधर, पठानकोट, अमृतसर या होर भी कितों हिमाचल तो जेडे हुशियारपुर वाली साइड आंदे या जलंधर अमृतसर तो जेडे हिमाचल जाते हो इन्हां दी लस्सी नूं एक बार जरूर टेस्ट करके जांदे, क्योंकि इन्हां दी लस्सी है ही इन्नी लाजवाब। ते असीं इस वेले इन्हां दी दुकान दे बाहर खड़े हैं ते तुसीं इत्थे दा पूरा एरिया देख सकदे हो। देख सकते हैं कि असी इस वेले पीडी आरिया के बाहर खड़े हैं तो भी
ਸਕੂਲ ਨੂੰ ਬੰਦ ਕੀਤਾ ਹੋਇਆ, ਪਰ ਜਿਹੜੇ ਇੱਥੇ ਦੇ ਬੱਚੇ ਨੇ ਉਹਨਾਂ ਨੂੰ ਆਨਲਾਈਨ ਟੀਚਰਸ ਵੱਲੋਂ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਆਨਲਾਈਨ ਗਰੁੱਪਸ ਬਣੇ ਹੋਏ ਨੇ WhatsApp ਦੇ ਥਰੂ। ਬਾਕੀ ਇੱਕ ਸ਼ਲਾਘਾਯੋਗ ਹੋਰ ਵੀ ਐਜੂਕੇਸ਼ਨ ਡਿਪਾਰਟਮੈਂਟ ਨੇ ਕੰਮ ਕੀਤਾ ਹੈ ਕਿ ਜਿਹੜੇ ਸਰਕਾਰੀ ਸਕੂਲਸ ਨੇ ਉਹਨਾਂ ਦੇ ਵੀ WhatsApp ਗਰੁੱਪਸ ਬਣਾ ਕੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੀ ਆਨਲਾਈਨ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਨਵੇਂ ਸੈਸ਼ਨ ਦੀ ਅਸੀਂ PD ਆਰਿਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਟਿਮਾਟਨੀ ਆਲੂਵਾਲੀਆ ਜੀ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਤੇ ਇਹਨਾਂ ਤੋਂ ਅਸੀਂ ਇਹ ਜਾਣਕਾਰੀ ਥੋੜੀ ਹਾਸਿਲ ਕਰਾਂਗੇ ਕਿ ਜਿੱਦਾਂ ਬੱਚੇ ਅੱਜ ਕੱਲ੍ਹ ਆਨਲਾਈਨ ਐਜੂਕੇਸ਼ਨ ਪ੍ਰਾਪਤ ਕਰ ਰਹੇ ਨੇ, ਆਨਲਾਈਨ ਪੜ੍ਹ ਰਹੇ ਨੇ ਤੇ ਉਹਨਾਂ ਨੂੰ ਆਨਲਾਈਨ ਪੜ੍ਹਨ ਲਈ ਕਿੰਨੀਆਂ ਕੁ ਦਿੱਕਤਾਂ ਆ ਰਹੀਆਂ ਨੇ ਤੇ ਸਟਾਰਟਿੰਗ ਦੇ ਵਿੱਚ ਪੜ੍ਹਾਉਣ ਲਈ ਅਧਿਆਪਕਾਂ ਨੂੰ ਵੀ ਕਿੰਨੀਆਂ ਦਿੱਕਤਾਂ ਆਈਆਂ ਨੇ ਤੇ ਪ੍ਰਿੰਸੀਪਲ ਮੈਮ ਦੇ ਨਾਲ ਗੱਲ ਕਰਦੇ ਹਾਂ ਤੇ ਇਸ ਬਾਰੇ ਇਨਫੋਰਮੇਸ਼ਨ ਲੈਣੀ। ਹੈਲੋ, ਹਾਂਜੀ, ਆਨਲਾਈਨ ਜਿਹੜੀ ਐਜੂਕੇਸ਼ਨ ਹੈਗੀ ਹੈ ਬੱਚਿਆਂ ਦੇ ਵਾਸਤੇ ਅਸੀਂ ਸ਼ੁਰੂ ਤਾਂ ਕੀਤੀ ਹੈਗੀ ਹੈ। ਜਿਸ ਤਰ੍ਹਾਂ ਕਿ ਡਿਫਰੈਂਟ ਕਲਾਸਿਸ ਦੇ WhatsApp ਗਰੁੱਪ ਬਣਾਏ ਹੈਗੇ ਹੈ ਤੇ ਉਹਦੇ ਵਿੱਚ ਸਾਨੂੰ ਇੱਕ ਦਿੱਕਤ ਇਹ ਆ ਰਹੀ ਹੈ ਕਿ ਕੁਝ ਬੱਚੇ ਹੈ, ਮਤਲਬ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਉਹ ਇੰਨੇ ਵੈਲ ਆਫ ਫੈਮਲੀਜ਼ ਦੇ ਸਟੂਡੈਂਟਸ ਨਹੀਂ ਹੁੰਦੇ ਕਿ ਹਰ ਕਿਸੇ ਕੋਲ ਹਾਈਟੈਕ ਫੋਨ ਹੋਵੇ ਜਾਂ ਕੁਝ ਇਸ ਤਰ੍ਹਾਂ ਹੋਵੇ। ਤੇ ਕੁਝ ਲੋਕ ਹੈ ਜਿਨ੍ਹਾਂ ਕੋਲ ਸਿਰਫ ਬਟਨਸ ਵਾਲੇ ਫੋਨ ਹੈ ਤੇ ਉਹ WhatsApp ਨਹੀਂ ਯੂਜ਼ ਕਰ ਰਹੇ, ਉਹਨਾਂ ਬੱਚਿਆਂ ਨੂੰ ਦੀ ਪ੍ਰੋਬਲਮ ਆਉਂਦੀ ਹੈ। ਤੇ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੈ ਜਿਹੜੇ ਵਰਕਿੰਗ ਕਲਾਸ ਸੀਗੇ, ਜਿਨ੍ਹਾਂ ਦੇ ਫਾਦਰ ਦਿਹਾੜੀਦਾਰ ਸੀਗੇ ਤੇ ਉਹ ਦਿਹਾੜੀ ਨਾ ਮਿਲਣ ਕਰਕੇ ਉਹਨਾਂ ਦੇ ਜਿਹੜੇ ਨੈਟ ਪੈਕ ਉਹ ਖਤਮ ਹੋ ਚੁੱਕੇ ਹੈ। ਠੀਕ ਹੈ, ਤੇ ਉਹ ਬੱਚੇ ਵੀ ਰਿਸਪੌਂਸ ਨਹੀਂ ਦੇ ਰਹੇ। ਅਦਰਵਾਈਜ਼ ਕੁਝ ਜਿਹੜੇ ਬੱਚੇ ਹੈ ਉਹ ਬਹੁਤ ਅੱਛਾ, ਜਿਨ੍ਹਾਂ ਦਾ ਨੈਟ ਚੱਲ ਰਿਹਾ ਹੈਗਾ ਜਾਂ ਜਿਨ੍ਹਾਂ ਕੋਲ ਅੱਛੇ ਫੋਨ ਹੈਗੇ ਆ, ਉਹਨਾਂ ਦੇ WhatsApp ਚੱਲਦਾ ਪਿਆ ਤੇ ਉਹ ਜਿਹੜੇ ਬੱਚੇ ਆ ਬਹੁਤ ਅੱਛਾ ਰਿਸਪੌਂਸ ਦੇ ਰਹੇ ਆ। ਟੀਚਰਸ ਵੀ ਸਾਡੇ ਨਾਲ ਬਹੁਤ ਸਹਿਯੋਗ ਕਰ ਰਹੇ ਹੈਗੇ ਆ ਤੇ ਈਵਨ ਇਨਫੈਕਟ ਇੱਦਾਂ ਸੋਚ ਲਓ ਵੀ ਸਾਰਾ ਦਿਨ ਜੇ ਬੱਚੇ ਕੁਛ ਨਾ ਕੁਛ ਗਰੁੱਪ ਦੇ ਵਿੱਚ ਪਾਉਂਦੇ ਆ, ਕੁਐਸਚਨਸ ਆਨਸਰ ਪੁੱਛਦੇ ਆ ਤੇ ਟੀਚਰ ਉਹਨਾਂ ਨੂੰ ਜਵਾਬ ਦਿੰਦੇ ਆ। ਜਿਹੜਾ ਨਵਾਂ ਸਿਲੇਬਸ ਹੈਗਾ, ਈ-ਬੁੱਕਸ ਹੈਗੀਆਂ, ਪੰਜਾਬ ਬੋਰਡ ਨੇ ਆਨਲਾਈਨ ਸਾਰੀਆਂ ਬੁੱਕਸ ਤੇ ਸਾਰਾ ਸਿਲੇਬਸ ਹੈਗਾ ਜਾਰੀ ਕੀਤਾ ਹੋਇਆ ਔਰ ਐਜੂਸੈਟ ਦੇ ਥਰੂ ਵੀ ਕੁਝ ਜਿਹੜੇ ਲੈਕਚਰਸ ਹੈਗੇ ਆ, ਕੁਝ ਤਾਂ ਮੈਂ ਨਹੀਂ ਕਹਾਂਗੀ, ਕਾਫੀ ਸਾਰੇ ਲੈਕਚਰਸ ਆ ਜਿਹੜੇ ਕਿ ਐਜੂਸੈਟ ਦੇ ਥਰੂ ਬੱਚਿਆਂ ਨੂੰ ਦਿੱਤੇ ਜਾ ਰਹੇ ਹੈਗੇ ਆ ਤੇ ਅਸੀਂ ਉਹ ਵੀ ਡਾਊਨਲੋਡ ਕਰਦੇ ਹਾਂ ਔਰ ਉਹਨਾਂ ਨੂੰ ਉਹਦੇ ਉੱਤੇ ਪਾਉਂਦੇ ਹੈਗੇ ਆ ਤੇ ਬੱਚੇ ਅੱਛਾ ਰਿਸਪੌਂਸ ਦਿੰਦੇ ਆ। ਬੁੱਕਸ ਡਾਊਨਲੋਡ ਕਰਦੇ ਹਾਂ ਔਰ ਮੋਰ ਓਵਰ ਕਾਫੀ ਸਾਰਾ ਜੋ ਹਰ ਚੀਜ਼ ਅੱਜ ਕੱਲ੍ਹ ਨੈੱਟ ਦੇ ਉੱਤੇ ਅਵੇਲੇਬਲ ਹੈ, ਹਰ ਆਥਰ ਦੀਆਂ ਬੁੱਕਸ ਅਵੇਲੇਬਲ ਹੈ ਤੇ ਬੱਚਿਆਂ ਨੂੰ ਮੈਂ ਇਹੀ ਕਹਾਂਗੀ ਔਰ ਨਾਲ ਉਹਨਾਂ ਦੇ ਪੇਰੈਂਟਸ ਨੂੰ ਵੀ ਇਹੀ ਕਹਾਂਗੀ ਕਿ ਜਿਸ ਤਰ੍ਹਾਂ ਵੀ ਇਹ ਚੱਲ ਰਿਹਾ ਹੈਗਾ ਇਹਨੂੰ ਵਿੱਚ ਸਾਨੂੰ ਸਹਿਯੋਗ ਦੇਣ। ਕੋਰੋਨਾ ਦੇ ਖਿਲਾਫ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਹੁਸ਼ਿਆਰਪੁਰ ਦੇ ਹਰ ਨਾਕੇ, ਹਰ ਚੌਂਕ ਦੇ ਉੱਤੇ ਪੁਲਿਸ ਅਧਿਕਾਰੀ ਮੌਜੂਦ ਹਨ। ਅਸੀਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਜਿਹੜੇ ਆਉਣ ਜਾਣ ਵਾਲੇ ਇੱਥੇ ਲੋਕੀ ਕਿਸ ਤਰ੍ਹਾਂ ਦੇ ਬਹਾਨੇ ਲਗਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਜਾਂ ਇਹ ਇੱਥੇ ਇੰਨੇ ਦਿਨਾਂ ਤੋਂ ਇੱਥੇ ਡਿਊਟੀ ਕਰ ਰਹੇ ਨੇ, ਕਿਸ ਤਰ੍ਹਾਂ ਦੀਆਂ ਹੁਣ ਤੱਕ ਦੀਆਂ ਪਰੇਸ਼ਾਨੀਆਂ ਆਈਆਂ ਤੇ ਜਿਹੜੇ ਨੌਜਵਾਨ ਬਾਹਰ ਨਿਕਲਦੇ ਨੇ, ਘੁੰਮਦੇ ਨੇ ਜਾਂ ਕਿਸੇ ਐਮਰਜੈਂਸੀ ਨੂੰ ਜਾਂਦੇ ਨੇ, ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਡੀਲ ਕਰਦੇ ਨੇ। ਜੀ ਸਰ, ਆਪਣਾ ਨਾਮ? ਸੰਤੋਖ ਦਾਸ ਜੀ ਸਰ, ਕਿਸ ਤਰ੍ਹਾਂ ਦਾ ਤੁਹਾਨੂੰ ਫੇਸ ਕਰਨਾ ਪੈ ਰਿਹਾ ਹੁਣ ਤੱਕ ਦਾ, ਕਿੰਨਾ ਕੁ ਲੋਕੀ ਕੋਆਪਰੇਟ ਕਰ ਰਹੇ ਤੁਹਾਡੇ ਨਾਲ? ਸ਼ੁਰੂਆਤ ਦੇ ਵਿੱਚ ਤਾਂ ਥੋੜੀ ਪ੍ਰੋਬਲਮ ਕ੍ਰੀਏਟ ਹੋਈ ਸੀ ਜਦੋਂ ਸ਼ੁਰੂ 'ਚ ਲੱਗਿਆ ਲੋਕਡਾਊਨ ਹੋਇਆ, ਪਰ ਬਾਅਦ ਵਿੱਚ ਲੋਕਾਂ ਨੂੰ ਆਪ ਖੁਦ ਹੀ ਸਮਝ ਆ ਗਿਆ ਬਿਮਾਰੀ ਤੋਂ ਵੀ ਇਹ ਜਿਹੜੀ ਪ੍ਰੋਬਲਮ ਜਿਹੜੀ ਬਹੁਤ ਵੱਡੀ ਹੈ, ਮਹਾਮਾਰੀ ਬਹੁਤ ਵੱਡੀ ਹੈ ਤੇ ਫਿਰ ਉਹ ਕੋਆਪਰੇਟ ਲੱਗ ਗਏ ਸੀ ਕਰਨ। ਕਾਫੀ ਹੱਦ ਤੱਕ ਪਬਲਿਕ ਨੇ ਕੋਆਪਰੇਟ ਕੀਤਾ। ਸਰ, ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਲੜਾਈ ਹੈ ਕਰੋਨਾ ਦੇ ਖਿਲਾਫ, ਸਾਡੀ ਇਹ ਲੜਾਈ ਬਹੁਤ ਲੰਬੀ ਚੱਲਣ ਵਾਲੀ ਹੈ? ਕਿਉਂਕਿ ਪਹਿਲੇ ਵੀ ਇੱਕ ਵਾਰ ਅਨਾਉਂਸ ਹੋਇਆ ਸੀਗਾ ਕਿ 20 ਤਰੀਕ ਨੂੰ ਵੀ ਛੁੱਟ ਦਿੱਤੀ ਜਾਏਗੀ, ਇਸ ਤੋਂ ਪਹਿਲੇ ਵੀ ਇੱਕ ਵਾਰ ਹੋਇਆ ਸੀ ਕਿ ਛੁੱਟ ਦਿੱਤੀ ਗਈ ਹੈ, ਪਰ ਤੁਹਾਨੂੰ ਲੱਗਦਾ ਹੈ ਕਿ ਛੁੱਟ ਮਿਲੇਗੀ ਜਾਂ ਬਹੁਤ ਲੰਬੀ ਲੜਾਈ ਇਹ ਜਿਹੜੀ ਚੱਲਣ ਵਾਲੀ? ਦੇਖੋ, ਇਹ ਜਿਹੜੇ ਫੈਸਲੇ ਤਾਂ ਸਰਕਾਰ ਨੇ ਕਰਨੇ ਹੁੰਦੇ ਆ ਜੀ, ਠੀਕ ਹੈ, ਪ੍ਰਸ਼ਾਸਨ ਨੇ ਕਰਨੇ ਹੁੰਦੇ ਆ। ਅਸੀਂ ਤਾਂ ਉਹ ਪ੍ਰਸ਼ਾਸਨ ਦੇ, ਸਰਕਾਰ ਦੇ ਹੁਕਮਾਂ ਨੂੰ ਇੰਪਲੀਮੈਂਟ ਕਰਨਾ ਹੁੰਦਾ, ਸਾਡਾ ਤਾਂ ਪੁਲਿਸ ਦਾ ਇਹ ਕੰਮ ਹੁੰਦਾ। ਬਾਕੀ ਰਹੀ ਪਬਲਿਕ ਦੀ ਗੱਲ, 1-ਅੱਧਾ% ਕੋਈ ਬੰਦੇ ਹੁੰਦੇ ਨੇ ਜਿਹੜੇ ਨਹੀਂ ਕੋਆਪਰੇਟ ਕਰਦੇ ਜਾਂ ਘੁੰਮਦੇ ਨੇ, ਉਹਨਾਂ ਨੂੰ ਸਮਝਾ ਵੀ ਦੇਈਦਾ। ਜੇ ਬਾਈ ਦੇ ਨਹੀਂ ਵੀ ਸਮਝਦੇ ਤਾਂ ਉਹਨਾਂ ਨੂੰ ਇਹ ਵੀ ਕਹੀਦਾ ਭਾਈ ਪਰਚਾ ਹੋ ਜਾਊਗਾ ਤੁਹਾਡੇ ਤੇ ਇਸ ਕਰਕੇ ਤੁਸੀਂ ਆਪਣੇ ਅੰਦਰ ਬੈਠੋ ਤੇ ਬਿਮਾਰੀ ਤੋਂ ਬਚੋ।
ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਲੋਕਡਾਊਨ ਕੀਤਾ ਗਿਆ ਹੈ ਤੇ ਹੁਸ਼ਿਆਰਪੁਰ ਵਾਸੀ ਵੀ ਇਸ ਲੋਕਡਾਊਨ ਦਾ ਪਾਲਣ ਕਰਦੇ ਹੋਏ ਪੂਰੀ ਤਰ੍ਹਾਂ ਦੇ ਨਾਲ ਆਪਣੇ ਘਰਾਂ ਦੇ ਅੰਦਰ ਬੰਦ ਨੇ ਤੇ ਲੋਕੀ ਇਸੇ ਤਰ੍ਹਾਂ ਸਰਕਾਰ ਨੂੰ ਸਹਿਯੋਗ ਕਰਦੇ ਰਹਿਣ। ਅਸੀਂ ਅਪੀਲ ਕਰਦੇ ਹਾਂ ਉਹਨਾਂ ਲੋਕਾਂ ਨੂੰ ਇਹ ਦੱਸਣਾ ਚਾਹਾਂਗੇ ਜਿਹੜੇ ਬਾਹਰ ਆਪਣੇ ਘਰਾਂ ਦੇ ਬਾਹਰ ਆਉਣ ਨੂੰ ਬੇਤਾਬ ਨੇ, ਬਾਹਰ ਆਉਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਜਿੰਨੇ ਵੀ ਸਾਰੇ ਕਾਲਜਿਸ, ਸਕੂਲਸ, ਸ਼ਾਪਸ ਨੇ ਉਹ ਸਾਰੀਆਂ ਬੰਦ ਨੇ। ਬਾਹਰ ਸਿਰਫ ਸਾਡੀ ਜ਼ਰੂਰਤ ਦੀ ਸ਼ਾਪਸ ਖੁੱਲੀਆਂ ਨੇ ਜਿੱਥੋਂ ਅਸੀਂ ਆਪਣਾ ਰਾਸ਼ਨ ਲੈ ਸਕਦੇ ਹਾਂ ਜਾਂ ਮੈਡੀਕਲ ਸਟੋਰਸ ਖੁੱਲੇ ਨੇ ਤੇ ਹਸਪੀਟਲਸ ਖੁੱਲੇ ਨੇ। ਕਾਲਜ ਕੋਈ ਸਕੂਲ ਨਹੀਂ ਖੁੱਲਾ ਹੈ ਤੇ ਇਸ ਲਈ ਬਾਹਰ ਆਉਣ ਦਾ ਕੋਈ ਫਾਇਦਾ ਨਹੀਂ। ਇਸ ਵੇਲੇ ਅਸੀਂ ਖੜੇ ਹਾਂ DAV ਕਾਲਜ ਦੇ ਬਾਹਰ। ਤੁਸੀਂ ਦੇਖ ਸਕਦੇ ਹੋ ਕਿ ਪੂਰੇ ਸ਼ਹਿਰ ਦੇ ਵਿੱਚ ਲੋਕੀ अपना पूरा समर्थन दिंदे होए सरकार नूं लॉकडाउन का पालन कर रहे हैं क्योंकि कोरोना वायरस का जिहड़ा संक्रमण है वो बहुत ही ज़्यादा तेज़ी दे नाल फैलदा जा रहा है तो असीं अपने आप नूं जिन्ना घरां दे अंदर रखांगे उन्ना ही सुरक्षित रह सकांगे। दर्शकों असी पहुँच चुके हैं हुशियारपुर की शान क्लॉक टावर बाज़ार विखे। यह बाज़ार ऐसा है जिथे कि लोगों की भीड़ ते रौनक हर वेले देखने को मिलती है। रात के 12 बजे तक भी इत्थे लोगों की रौनक बहुत ज़्यादा रहिंदी है। क्लॉक टावर के बिल्कुल नाल लगते बाज़ार कश्मीरी बाज़ार विखे इस वेले असी खड़े हैं। बाज़ार यह है वो बाज़ार है जिथे हमेशा ही अक्सर ही लोगों की रौनक देखने को मिलती है क्योंकि शहर के नाल लगते पिंडां दे लोग भी अपने ब्याह, शादी या किसी पार्टी फंक्शन वास्ते शॉपिंग करने की फर्स्ट प्रैफरेंस इस बाज़ार नूं दिंदे ने। इस बाज़ार दे विच आके शॉपिंग करते हैं। तुसीं देख सकते हो कि सारियां दुकानां ये ज्वैलरी या लहंगा हाउसिस इस तरह के नाल बने हुए लोग इत्थों कपड़े, गहने, लहंगे वगैरह तो होर भी बहुत सारियां जिहड़ियां चीज़ां ने इत्थों खरीद के ले जाते हैं। तो बाज़ार हर वेले लोगों की रौनक दे नाल भरिया रहिंदा है। साडे शहर के सब तो बिजी बाज़ार ने असीं वो भी दिखावांगे। इस दे नाल ही वकीलां बाज़ार लगता है, इस साइड रेलवे रोड है, बस स्टैंड चौंक पैंदा है तो बहुत सारियां शॉप्स ने। ये साडा सब तो शहर का मुख्य पॉइंट है जिथे कि हर वेले लोगों की रौनक देखने को मिलती सी ते राती 12-12 बजे तक भी इत्थे लोगों की आवाजाई लगी रहिंदी सीगी। ते घंटाघर चौंक तो आम दिनों दे विच सड़क पार करनी होवे तो सानू घट्टो घट्ट भी 1 तो 1.5 मिनट का टाइम होना जरूरी है इत्थे सड़क पार करने लई क्योंकि इन्ना इत्थे ट्रैफिक हुंदा है क्योंकि यह एक मुख्य सेंटर है। इत्थों ही सारे जिन्ने भी शहर के मेन बाज़ार ने इस चौंक तो ही स्टार्ट हुंदे ने। इस करके इस बाज़ार दे विच इस चौंक नूं पार करने वास्ते घट्टो घट्ट भी 1-1.5 मिनट का समय लग जाता है। आओ असी हुण तुहानूं लैके चलदे हां इस दे नाल ही लगदे बाज़ार वकीलां बाज़ार विच। ਤੇ ਦਰਸ਼ਕੋ ਘੰਟਾਘਰ ਦੇ ਨਾਲ ਹੀ ਸ਼ਰਮਾ ਸਵੀਟ ਸ਼ਾਪ ਜਿੱਥੇ ਦੀ ਮਿਠਾਈਆਂ, ਮੋਤੀਚੂਰ ਦੇ ਲੱਡੂ, ਗੁਲਾਬ ਜਾਮੁਨ, ਰਸਗੁੱਲੇ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਮਿਠਾਈਆਂ ਬਹੁਤ ਮਸ਼ਹੂਰ ਨੇ ਪੂਰੇ ਸ਼ਹਿਰ ਦੇ ਵਿੱਚ। ਜੇਕਰ ਤੁਸੀਂ ਇਸ ਦਾ ਟੇਸਟ ਇੱਕ ਵਾਰ ਫੇਰ ਤੋਂ ਲੈਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਆਪਣੇ ਘਰਾਂ ਦੇ ਅੰਦਰ ਸੁਰੱਖਿਅਤ ਰਹੋ ਤਾਂ ਕਿ ਇਸ ਕਰੋਨਾ ਮਹਾਮਾਰੀ ਦੇ ਉੱਤੇ ਅਸੀਂ ਜਿੱਤ ਪ੍ਰਾਪਤ ਕਰਕੇ ਦੁਬਾਰਾ ਤੋਂ ਇਹ ਬਾਜ਼ਾਰ ਸਾਡੇ ਖੁੱਲਣਗੇ, ਰੌਣਕਾਂ ਵਾਪਸ ਆਉਣਗੀਆਂ ਤੇ ਅਸੀਂ ਦੁਬਾਰਾ ਤੋਂ ਇਹਨਾਂ ਬਾਜ਼ਾਰਾਂ ਦੇ ਵਿੱਚ ਆ ਕੇ ਆਪਣੀ ਮਨਪਸੰਦ ਚੀਜ਼ਾਂ ਦੀਆਂ ਖਰੀਦਦਾਰੀ ਕਰੀਏ ਤੇ ਸ਼ਰਮਾ ਸਵੀਟ ਸ਼ਾਪ ਦੇ ਮਿਠਾਈਆਂ ਦਾ ਆਨੰਦ ਲਈਏ। ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਹੁਸ਼ਿਆਰਪੁਰ ਦੇ ਗੋਰਾ ਗੇਟ ਚੌਂਕ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਪੁਲਿਸ ਕਰਮੀ ਨੇ ਆਪਣੀ ਤਨਦੇਹੀ ਦੇ ਨਾਲ ਬੜੀ ਸਤਰਕਤਾ ਦੇ ਨਾਲ ਇੱਥੇ ਆਪਣੀ ਡਿਊਟੀਆਂ ਦੇ ਰਹੇ ਨੇ। ਇਸ ਚੌਂਕ ਦੇ ਵਿੱਚ ਆਉਣ ਜਾਣ ਵਾਲੇ ਨੂੰ ਰੋਕ ਰਹੇ ਨੇ, ਉਹਨਾਂ ਦੀ ਪੁੱਛਗਿੱਛ ਕਰ ਰਹੇ ਨੇ ਤੇ ਅਸੀਂ ਤੁਹਾਨੂੰ ਇੱਥੇ ਹੀ ਦਿਖਾਣਾ ਚਾਹਾਂਗੇ। ਇਹ ਇੱਕ ਸ਼ਾਪ ਹੈ ਜਿਹੜੀ ਸਾਡੀ ਰੋਜ਼ਾਨਾ ਘਰੇਲੂ ਸਮਾਨ ਦੀ ਸ਼ਾਪ ਹੈ। ਇੱਥੇ ਕੋਈ ਵੀ ਆਮ ਗ੍ਰਾਹਕ ਨਹੀਂ ਹੈ। ਇੱਥੇ ਜਿਹੜੇ ਪ੍ਰਸ਼ਾਸਨ ਵੱਲੋਂ ਤੈਨਾਤ ਕੀਤੇ ਗਏ ਵਲੰਟੀਅਰਸ ਨੇ, ਇੱਥੇ ਸਿਰਫ ਵਲੰਟੀਅਰਸ ਨੇ, ਉਹ ਤੁਹਾਡੀ ਸੇਵਾ ਵਾਸਤੇ ਹਰ ਵੇਲੇ ਹਾਜ਼ਰ ਨੇ। ਵਲੰਟੀਅਰਸ ਇੱਥੋਂ ਤੁਹਾਡੀ ਡਿਮਾਂਡ ਦਾ ਸਮਾਨ ਲੈ ਕੇ ਜਾਂਦੇ ਨੇ ਤੇ ਤੁਹਾਡੇ ਘਰਾਂ ਤੱਕ ਸਪਲਾਈ ਕਰਦੇ ਨੇ। ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਪੁਲਿਸ ਕਰਮੀ ਵੀ ਨੇ, ਕੋਈ ਫालतू ਨਾਜਾਇਜ਼ ਬਾਹਰ ਆ ਰਿਹਾ ਆਪਣੇ ਘਰਾਂ ਤੋਂ ਸਿਰਫ ਘੁੰਮਣ ਵਾਸਤੇ। ਸਤਰਕਤਾ ਦੇ ਨਾਲ, ਸਖਤੀ ਦੇ ਨਾਲ ਉਹਨਾਂ ਨੂੰ ਮਨਾ ਕੀਤਾ ਜਾ ਰਿਹਾ। ਜੇ ਉਸ ਦੇ ਬਾਵਜੂਦ ਵੀ ਕੋਈ ਇਸ ਦਾ ਪਾਲਣ ਨਹੀਂ ਕਰਦਾ ਹੈ ਤਾਂ ਉਹਨਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਸਾਡੇ ਨਾਲ ਇਸ ਵੇਲੇ ਮੌਜੂਦ ASI ਜਸਵਿੰਦਰਪਾਲ ਜੀ ਤੇ ਇਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਲੋਕਡਾਊਨ ਦਾ ਲੋਕੀ ਸਮਰਥਨ ਕਿੰਨਾ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ।
ਇਹ ਮੈਡਮ ਇੱਧਰ ਚੱਲ ਰਹੀ ਹੈ ਕਾਪੀ ਕਿਤਾਬਾਂ ਦਾ ਤੇ ਲੋਕੀ ਮੰਗ ਕਰਦੇ ਆ, ਡਿਮਾਂਡ ਕਰਦੇ ਕਿਉਂਕਿ ਪੜ੍ਹਾਈ ਬੱਚਿਆਂ ਦੀ ਚਾਲੂ ਹੋਣ ਰਹੀ ਆ ਤੇ ਲੋਕਡਾਊਨ ਕਰਕੇ ਕੋਈ ਵੀ ਖੁੱਲ੍ਹਣ ਦਾ ਸਾਨੂੰ ਹਾਲੇ ਪਿੱਛੋਂ ਕੋਈ ਹੁਕਮ ਨਹੀਂ ਆਏਗਾ ਤੇ ਲੋਕੀ ਕਿੰਨਾ ਕੁ ਸਮਰਥਨ ਕਰ ਰਹੇ ਹੋ? ਲੋਕੀ ਬਹੁਤ ਕਰ ਰਿਹਾ, ਬਹੁਤ ਜ਼ਿਆਦਾ ਕਰ ਰਿਹਾ। ਕੋਈ ਬਾਹਰੋਂ ਨਹੀਂ, ਦੇ ਲਓ ਤੁਸੀਂ, ਕੋਈ ਬਾਹਰੋਂ ਨਿਕਲਦਾ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਕੋਈ ਬਾਹਰ ਕੱਟੇ ਆਉਂਦੇ ਹੈਗੇ। ਜੇ ਕੋਈ ਆਉਂਦਾ ਮਾਸਕ ਪਹਿਨ ਕੇ ਤਾਂ ਪਾਸ ਜਿੱਤ ਹੋਗਾ। ਕੋਈ ਵੀ ਮੈਡੀਸਨ ਦੀ ਦਵਾ ਲੈਣੀ ਹੋਵੇ ਤਾਂ ਫਿਰ ਉਹਨੂੰ ਐਮਰਜੈਂਸੀ ਜ਼ਿਆਦਾ ਹੀ ਹੋਵੇ ਮਤਲਬ ਉਹੀ ਬੰਦਾ ਬਾਹਰ ਆ ਬੰਦਾ ਹੋਈ ਬਾਹਰ ਆਏਗਾ, ਨਹੀਂ ਤਾਂ ਵਾ ਕੌਣ ਕੋਈ ਨਹੀਂ ਆਏਗਾ। ਨਰਿੰਦਰ ਸਿੰਘ ਜੀ ਮੌਜੂਦ ਨੇ ਪੁਲਿਸ ਕਰਮੀ, ਅਸੀਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਤੇ ਇਹਨਾਂ ਤੋਂ ਜਾਣਦੇ ਹਾਂ ਕਿ ਜਿਹੜੇ ਲੋਕੀ ਆਉਣ ਜਾਣ ਲਈ ਕਿੰਨੇ ਕੁ ਬਹਾਨੇ ਲਗਾਉਂਦੇ ਨੇ। ਜਿਹੜੇ ਲੋਕੀ ਆ ਜਿਹੜੇ ਮਜਬੂਰ ਆ ਉਹ ਤਾਂ ਹੈ ਹੀ ਆ, ਆਉਂਦੇ ਹੀ ਆ, ਮਜਬੂਰੀ ਵਸ ਆਉਂਦੇ ਆ, ਪਰ ਬਿਨਾਂ ਜ਼ਰੂਰਤ ਤੋਂ ਜ਼ਿਆਦਾ ਲੋਕੀ ਆ ਰਹੇ ਜਿਹੜੇ ਕਿ ਡਿਸਟਰਬ ਹੋ ਰਹੇ ਆ, ਦੁਨੀਆ ਨੂੰ ਡਿਸਟਰਬ ਕਰ ਰਹੇ ਆ, ਜਿਹੜਾ ਕਿ ਜਿਨ੍ਹਾਂ ਨੂੰ ਇਹ ਮਨ ਦੇ ਵਿੱਚ ਕਰੋਨਾ ਦਾ ਕੋਈ ਖੌਫ ਨਹੀਂ ਹੈਗਾ ਔਰ ਉਹ ਸਿਰਫ ਇੱਕ ਐਜ਼ ਏ ਹੌਬੀ ਘੁੰਮ ਰਹੇ ਆ। ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਇਹ ਤਾਂ ਹੁਣ ਸਾਰਿਆਂ ਨੂੰ ਜਿਵੇਂ ਗਵਰਨਮੈਂਟ ਦੇ ਸੀ ਲਾਅ ਐਂਡ ਆਰਡਰ ਦੇ ਵਿੱਚ ਮੇਨਟੇਨ ਕਰਨਾ ਚਾਹੀਦਾ, ਜੇ ਸਾਨੂੰ ਕਰੋਨਾ ਤੋਂ ਬਚਣਾ ਚਾਹੀਦਾ। ਜੇ ਆਪ ਅਸੀਂ ਬਚਾਂਗੇ ਤਾਂ ਹੀ ਅਸੀਂ ਪਰਿਵਾਰ ਨੂੰ ਬਚਾ ਸਕਦੇ ਹਾਂ। ਤੇ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਪੁਲਿਸ ਕਰਮੀਆਂ ਵੱਲੋਂ, ਪ੍ਰਸ਼ਾਸਨ ਵੱਲੋਂ ਇਦਾਂ ਦੇ ਜਿਹੜੇ ਨਜਾਇਜ਼ ਘੁੰਮ ਰਹੇ ਨੇ ਉਹਨਾਂ ਨੂੰ ਕਰਫਿਊ ਦਾ ਚੰਗੀ ਤਰ੍ਹਾਂ ਦੇ ਨਾਲ ਪਾਲਣ ਕਰਵਾਇਆ ਜਾ ਰਿਹਾ, ਉਹਨਾਂ ਨੂੰ ਸਮਝਾਇਆ ਜਾ ਰਿਹਾ ਤੇ ਜੇ ਕੋਈ ਵਿਦਆਊਟ ਮਾਸਕ ਵੀ ਬਾਹਰ ਆਉਂਦਾ ਹੈ ਤਾਂ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਅਨੁਸਾਰ ਉਹਨਾਂ ਨੂੰ ਮਾਸਕ ਲਗਾਉਣ ਦੀ ਅਪੀਲ ਕੀਤੀ ਜਾਂਦੀ ਹੈ ਘਰਾਂ ਤੋਂ, ਕਿਉਂਕਿ ਬਾਹਰ ਨਿਕਲਣਾ ਹੈ ਮਾਸਕ ਲਗਾ ਕੇ ਨਿਕਲਣਾ, ਕਿਉਂਕਿ ਇਹ ਵਾਇਰਸ ਕਿਤੇ ਵੀ ਹੋ ਸਕਦਾ ਹੈ ਤੇ ਕਿਸੇ ਵੀ ਚੀਜ਼ ਰਾਹੀਂ ਅਸੀਂ ਅੱਖ, ਕੰਨ, ਮੂੰਹ, ਨੱਕ ਨੂੰ ਹੱਥ ਲਗਾਉਂਦੇ ਹਾਂ ਤਾਂ ਉਹਦੇ ਰਾਹੀਂ ਸਾਡੇ ਜਿਹੜੇ ਸਰੀਰ ਨੂੰ ਇਹ ਵਾਇਰਸ ਆਪਣੀ ਚਪੇਟ ਦੇ ਵਿੱਚ ਲੈ ਸਕਦਾ ਹੈ। ਤਾਂ ਸੁਰੱਖਿਅਤ ਰਹੋ। ਪੁਲਿਸ ਕਰਮੀਆਂ ਦਾ ਵੀ ਇਹੀ ਕਹਿਣਾ ਹੈ, ਉਹ ਸਾਨੂੰ ਬਾਰ-ਬਾਰ ਅਪੀਲ ਕਰਦੇ ਨੇ ਕਿ ਜੇ ਉਹ ਸਾਡੇ ਵਾਸਤੇ ਬਾਹਰ ਆਪਣੀ ਡਿਊਟੀ ਕਰ ਰਹੇ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਲਈ ਇਹ ਡਿਊਟੀ ਕਰੀਏ ਕਿ ਅਸੀਂ ਆਪਣੇ ਘਰਾਂ ਦੇ ਅੰਦਰ ਰਹੀਏ ਤੇ ਉਹਨਾਂ ਨੂੰ ਸਹਿਯੋਗ ਕਰੀਏ। ਦਰਸ਼ਕੋ, ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਹੁਸ਼ਿਆਰਪੁਰ ਦੇ ਵਕੀਲਾ ਬਾਜ਼ਾਰ ਵਿਖੇ। ਵੈਸੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਬਾਜ਼ਾਰ ਨੂੰ ਬੇਸ਼ੱਕ ਕਹਿੰਦੇ ਵਕੀਲਾ ਬਾਜ਼ਾਰ ਨੇ, ਪਰ ਇੱਥੇ ਵਕੀਲ ਨਹੀਂ ਬਹਿੰਦੇ। ਇੱਥੇ ਬੱਚਿਆਂ ਦੀਆਂ ਜਾਂ ਕਾਲਜ ਗੋਇੰਗ ਸਟੂਡੈਂਟਸ ਦੀਆਂ ਕਿਤਾਬਾਂ, ਕਾਪੀਆਂ ਜਾਂ ਹੋਰ ਸਟੇਸ਼ਨਰੀ ਦਾ ਸਮਾਨ ਇੱਥੋਂ ਮਿਲਦਾ ਹੈ ਤੇ ਆਮ ਦਿਨਾਂ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਬੱਚੇ ਜਾਂ ਬੱਚਿਆਂ ਦੇ ਅਭਿਭਾਵਕ ਇੱਥੇ ਤੁਰੇ ਰਹਿੰਦੇ ਨੇ, ਕਿਉਂਕਿ ਸਕੂਲਸ ਦੇ ਵਿੱਚ ਜ਼ਿਆਦਾਤਰ ਅੱਜ ਕੱਲ੍ਹ ਪ੍ਰੋਜੈਕਟ ਵਰਕ ਬੱਚਿਆਂ ਨੂੰ ਕਰਵਾਇਆ ਜਾਂਦਾ ਹੈ। ਇਸ ਕਰਕੇ ਆਮ ਤੌਰ ਦੇ ਉੱਤੇ ਰੋਜ਼ਾਨਾ ਇੱਥੇ ਬੱਚਿਆਂ ਦੇ ਅਭਿਭਾਵਕ ਜਾਂ ਬੱਚਿਆਂ ਦੀ ਭੀੜ ਦੇਖਣ ਨੂੰ ਮਿਲਦੀ ਹੈ, ਪਰ ਹੁਣ ਕੋਰੋਨਾ ਵਾਇਰਸ ਬਿਮਾਰੀ ਫੈਲਣ ਕਰਕੇ ਇਸ ਬਾਜ਼ਾਰਾਂ ਦੀ ਰੌਣਕ ਕਿਤੇ ਗਾਇਬ ਹੋ ਗਈ ਹੈ। ਤੇ ਇਹ ਸੀ ਦਰਸ਼ਕੋ ਸਾਡਾ ਪੂਰਾ ਹੁਸ਼ਿਆਰਪੁਰ ਸ਼ਹਿਰ, ਤੁਸੀਂ ਸਾਡੇ ਨਾਲ ਦੇਖਿਆ ਹੈ। ਪੂਰੇ ਹੁਸ਼ਿਆਰਪੁਰ ਸ਼ਹਿਰ ਦੀ ਰੌਣਕ ਇਸ ਵੇਲੇ ਗਾਇਬ ਹੈ। ਕੋਰੋਨਾ ਵਾਇਰਸ ਜਦੋਂ ਮਹਾਮਾਰੀ ਫੈਲੀ ਹੈ ਸਾਡੇ ਸ਼ਹਿਰ ਦੀ ਰੌਣਕ ਨੂੰ ਲੀਲ ਗਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਜੇ ਅਸੀਂ ਇਸੇ ਤਰ੍ਹਾਂ ਪ੍ਰਸ਼ਾਸਨ ਦੇ ਦਿੱਤੇ ਹੋਏ ਨਿਯਮਾਂ ਦਾ, ਸਰਕਾਰ ਵੱਲੋਂ ਲਾਗੂ ਨਿਯਮਾਂ ਦਾ ਪਾਲਣ ਕਰਦੇ ਰਹੀਏ ਤੇ ਅਸੀਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ, ਜੇਕਰ ਪ੍ਰਸ਼ਾਸਨ ਵੱਲੋਂ ਕੋਈ ਰਿਲੈਕਸੇਸ਼ਨ ਦਿੱਤੀ ਵੀ ਜਾਂਦੀ ਹੈ ਇਸ ਕਰਫਿਊ ਲੋਕਡਾਊਨ ਦੇ ਦੌਰਾਨ, ਤਾਂ ਅਸੀਂ ਜਿਹੜੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਿਯਮ ਨੇ ਉਹਨਾਂ ਦਾ ਪਾਲਨ ਕਰੀਏ, ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰੀਏ। ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰਦੇ ਹੋਏ ਇਹਨਾਂ ਰਿਲੈਕਸੇਸ਼ਨ ਦਾ ਅਸੀਂ ਲਾਭ ਲਈਏ। ਦ ਸਟੈਲਰ ਨਿਊਜ਼ ਲਈ ਮੁਕਤਾ ਵਾਲੀਆ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।